ਆਪਾਂ ਕੱਲ ਜਿਹੜਾ ਹੈਗਾ ਬੇਸਿਕ ਆਫ ਕੰਪਿਊਟਰ ਦੀ ਕਲਾਸ ਸਟਾਰਟ ਕੀਤੀ ਸੀਗੀ, ਜਿਹਦੇ ਵਿੱਚ ਆਪਾਂ ਬਰੀਫ ਹਿਸਟਰੀ ਕੀਤੀ ਸੀਗੀ, ਦੈਨ ਜਨਰੇਸ਼ਨਸ ਕੀਤੀਆਂ ਸੀਗੀਆਂ ਆਪਾਂ। ਹਰ ਜਨਰੇਸ਼ਨ ਦੇ ਵਿੱਚ ਕੀ ਆਂਦਾ ਹੈਗਾ ਉਹ ਪੜ੍ਹਿਆ ਸੀਗਾ ਆਪਾਂ ਨੇ, ਪੇਪਰ ਦੇ ਪੁਆਇੰਟ ਆਫ ਵਿਊ ਨਾਲ ਉਹ ਬਹੁਤ ਇੰਪੋਰਟੈਂਟ ਹੈਗਾ। ਦੈਨ ਹਾਰਡਵੇਅਰ ਸੌਫਟਵੇਅਰ 'ਚ ਡਿਫਰੈਂਸ, ਐਪਲੀਕੇਸ਼ਨ ਸੌਫਟਵੇਅਰ, ਸਿਸਟਮ ਸੌਫਟਵੇਅਰ ਵੈਰੀ ਇੰਪੋਰਟੈਂਟ, ਬਹੁਤ ਕੁਐਸਚਨ ਆਉਂਦੇ ਨੇ ਇਹਦੇ ਵਿੱਚੋਂ। ਦੈਨ ਉਸ ਤੋਂ ਬਾਅਦ ਆਪਾਂ ਨੇ ਕੰਪਿਊਟਰ ਆਰਕੀਟੈਕਚਰ ਸਟਾਰਟ ਕੀਤਾ ਸੀ, ਕੰਪਿਊਟਰ ਦੀ ਬੇਸਿਕ ਫਾਰਮੇਸ਼ਨ, ਇਨਪੁਟ ਆਊਟਪੁੱਟ ਯੂਨਿਟ, CPU ਕੀ ਹੁੰਦਾ ਹੈਗਾ, ਇਨਪੁਟ ਡਿਵਾਈਸਿਸ ਦੇ ਬਾਰੇ ਦੇਖਿਆ ਸੀ, CPU ਦੇ ਪਾਰਟਸ, ਦੈਨ ਆਊਟਪੁੱਟ। ਉਸ ਤੋਂ ਬਾਅਦ ਆਪਾਂ ਜਿੱਥੇ ਪਹੁੰਚੇ ਸੀਗੇ ਉਹ ਸੀਗੀ ਮੈਮਰੀ ਯੂਨਿਟ। ਸੋ ਇਹ ਅੱਜ ਆਪਾਂ ਜਿਹੜਾ ਟੌਪਿਕ ਕਰਨਾ ਹੈਗਾ ਅੱਜ ਦਾ ਮੈਮਰੀ ਯੂਨਿਟ ਤੋਂ ਸਟਾਰਟ ਕਰਨਾ ਹੈਗਾ। ਮੈਮਰੀ ਕੀ ਹੁੰਦੀ ਹੈ ਸਭ ਨੂੰ ਪਤਾ ਹੈ, ਸਾਰਿਆਂ ਕੋਲ ਡਿਵਾਈਸਿਸ ਨੇ, ਸਮਾਰਟ ਡਿਵਾਈਸਿਸ। ਕੋਈ ਚੀਜ਼ ਸਟੋਰ ਕਰਨ ਦੇ ਲਈ ਜਿਹੜੀ ਚੀਜ਼ ਯੂਜ਼ ਹੁੰਦੀ ਉਹਨੂੰ ਮੈਮਰੀ ਕਹਿੰਦੇ ਹੈਗੇ ਆਪਾਂ। ਕੰਪਿਊਟਰ ਦੇ ਵਿੱਚ ਜਾਂ ਕੰਪਿਊਟਰ ਦੀ ਦੁਨੀਆ 'ਚ ਜਿਹੜੀ ਮੈਮਰੀਜ਼ ਹੁੰਦੀਆਂ ਨੇ ਉਹਨਾਂ ਦੀ ਯੂਨਿਟਸ ਹੁੰਦੀਆਂ, ਉਹਦੀ ਟਾਈਪਸ ਹੁੰਦੀਆਂ ਨੇ। ਟਾਈਪਸ ਮਤਲਬ ਉਹ ਕਿਹੜੀ ਚੀਜ਼ ਤੋਂ ਬਣੀ ਹੋਈ ਹੈ ਉਹਦੇ 'ਤੇ ਡਿਪੈਂਡ ਕਰਦਾ ਹੈਗਾ, ਪਲੱਸ ਉਹਨੂੰ ਕਿਵੇਂ ਯੂਜ਼ ਕਰਨਾ ਹੈਗਾ ਆਪਾਂ ਨੇ, ਉਹਦੇ ਵਿੱਚੋਂ ਡਾਟਾ ਕਿਵੇਂ ਚੱਕਣਾ ਤੇ ਡਾਟਾ ਕਿਵੇਂ ਸੁੱਟਣਾ ਹੈਗਾ ਉਹਦੇ 'ਤੇ ਡਿਪੈਂਡ ਕਰਦੀ ਹੈਗੀ ਹੈ। ਮਤਲਬ ਉਹਦੀ ਟਾਈਪ ਉਹ ਵੀ ਹੋ ਸਕਦੀ ਹੈਗੀ ਹੈ। ਤੇ ਉਸ ਤੋਂ ਬਾਅਦ ਉਹਦੀ ਸਟੋਰੇਜ ਕਪੈਸਿਟੀ। ਹੁਣ ਸਟੋਰੇਜ ਕਪੈਸਿਟੀ ਨਾਪੀ ਜਾਂਦੀ ਹੈਗੀ ਹੈ ਯੂਨਿਟਸ ਦੇ ਵਿੱਚ, ਬਾਈਟ, ਕਿਲੋਬਾਈਟ, ਮੈਗਾਬਾਈਟ, GB, MB ਜਿਹਨੂੰ ਆਪਾਂ ਕਹਿੰਦੇ ਆ। ਉਹ ਅੱਗੇ ਇਸ ਤੋਂ ਬਾਅਦ ਨੈਕਸਟ ਆਏਗਾ ਆਪਣੇ ਕੋਲ ਕਿ ਆਪਣੇ ਕੋਲ ਕਿਵੇਂ ਆਪਾਂ ਉਹਨੂੰ ਮੈਜਰ ਕਰਦੇ ਹੈਗੇ ਆ ਮੈਮਰੀ ਨੂੰ। ਸੋ ਮੈਮਰੀ ਯੂਨਿਟ ਦਾ ਬੇਸਿਕਲੀ ਕੰਮ ਕੀ ਹੁੰਦਾ ਹੈਗਾ ਕਿ ਸਾਰੀ ਮੈਮਰੀ ਨੂੰ ਮੈਨੇਜ ਕਰਨਾ। ਕੰਪਿਊਟਰ ਦੇ ਵਿੱਚ ਜਿੰਨੀ ਵੀ ਤਰ੍ਹਾਂ ਦੀ ਆਪਣੀ ਮੈਮਰੀਜ਼ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਮੈਨੇਜ ਕਰਨਾ, ਉਹ 'ਚੋਂ ਡਾਟਾ ਚੱਕਣਾ ਹੈ, ਮਤਲਬ ਉਹਦੇ 'ਚੋਂ ਡਾਟਾ ਰੀਡ ਕਰਨਾ, ਰਾਈਟ ਕਰਨਾ। ਇਹ ਦੋ ਮੇਨ ਆਪਰੇਸ਼ਨ ਹੁੰਦੇ ਨੇ। ਡਿਲੀਟ ਦਾ ਨਾਲ ਇੱਕ ਫੀਚਰ ਆ ਜਾਂਦਾ ਹੈਗਾ, ਡਿਲੀਟ ਦੇ ਨਾਲ ਕੀ ਹੈਗਾ ਡਾਟਾ ਡਿਲੀਟ ਹੋ ਜਾਂਦਾ ਹੈਗਾ। ਰੀਡ ਕਰਨਾ ਮਤਲਬ ਪੜ੍ਹਨਾ, ਰਾਈਟ ਕਰਨਾ ਮਤਲਬ ਉਹਦੇ ਉੱਤੇ ਪੇਸਟ ਕਰਨਾ, ਡਾਟਾ ਕਾਪੀ ਕਰਨਾ। ਠੀਕ ਹੈ ਜੀ। ਸੋ ਇਹ ਸਾਰਾ ਕੰਮ ਮੈਮਰੀ ਯੂਨਿਟ ਸੰਭਾਲਦੀ ਹੈ। ਸੋ ਕੁਝ ਕੰਪੋਨੈਂਟਸ ਮੈਮਰੀ ਡਿਵਾਈਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨਾਂ ਦੇ ਵਿੱਚੋਂ ਆਪਾਂ ਬਹੁਤ ਚੀਜ਼ਾਂ ਦੇਖੀਆਂ ਵੀ ਹੋਈਆਂ, ਸੁਣੀਆਂ ਵੀ ਹੋਈਆਂ। ਹਾਰਡ ਡਿਸਕ ਹੋ ਗਈ, USB ਜਿਹਨੂੰ ਪੈਨ ਡਰਾਈਵ ਕਹਿ ਦਿੰਦੇ ਹਾਂ ਆਪਾਂ। ਦੈਨ ਐਕਸਟਰਨਲ ਹਾਰਡ ਡਿਸਕ, ਇਹ ਇੰਟਰਨਲ ਹਾਰਡ ਡਿਸਕ ਹੁੰਦੀ ਹੈ, ਕੰਪਿਊਟਰ ਦੇ ਅੰਦਰ ਲੱਗੀ ਹੁੰਦੀ ਹੈਗੀ ਹੈ। ਇਹ ਰੈਮ ਹੁੰਦੀ ਹੈ ਜੀ, ਤੇ ਇਹ CDs, ਫਲੋਪੀਜ਼, ਇਹ ਸਭ ਆਪਾਂ ਦੇਖਿਆ ਹੋਇਆ ਮੋਸਟਲੀ ਸਟੂਡੈਂਟਸ ਨੇ। ਦੈਨ ਆਪਣੇ ਕੋਲ ਜਿਹੜੀ ਮੇਨ ਚੀਜ਼ ਆਉਂਦੀ ਹੈਗੀ ਹੈ ਉਹ ਹੈਗੀ ਹੈ ਮੈਜਰਮੈਂਟ। ਆਪਾਂ ਮੈਮਰੀ ਨੂੰ ਜਿਹੜਾ ਨਾਪਦੇ ਹਾਂ, ਮੈਜਰ ਕਰਦੇ ਹਾਂ, ਜਾਂ ਕਹਿ ਲਓ ਕਿ ਮੈਮਰੀ ਦੀ ਕਪੈਸਿਟੀ ਨੂੰ ਡਿਫਾਈਨ ਕਰਦੇ ਹਾਂ, ਉਹ ਕਿਹਦੇ ਨਾਲ ਕਰਦੇ ਹੈਗੇ ਆਪਾਂ, ਯੂਨਿਟ ਦੇ ਨਾਲ। ਸੋ ਸਭ ਤੋਂ ਛੋਟੀ ਯੂਨਿਟ ਬਿਟ। ਇੱਕ ਬਿਟ ਕਿਹਨੂੰ ਕਹਿੰਦੇ ਆਪਾਂ, ਇੱਕ 0 ਜਾਂ ਇੱਕ 1 ਨੂੰ ਆਪਾਂ ਇੱਕ ਬਿਟ ਕਹਿੰਦੇ ਹੈਗੇ ਆ। ਆਪਣੇ ਕੋਲ ਆਈਦਰ 0 ਔਰ 1, ਇਹਨੂੰ ਇੱਕ ਬਿਟ ਕਿਹਾ ਜਾਂਦਾ ਹੈਗਾ, ਉੱਪਰ ਵਾਲਾ ਹੈਗਾ। ਏਦਾਂ ਦੀ ਜਦੋਂ 8 ਬਿਟਸ ਇਕੱਠੀਆਂ ਹੋ ਜਾਂਦੀਆਂ ਨੇ, ਮਤਲਬ ਕੋਈ ਵੀ ਕੰਬੀਨੇਸ਼ਨ ਹੋ ਸਕਦਾ ਹੈਗਾ 1 2 3 4 5 6 7 8, ਸੋ ਇਹਨੂੰ ਇੱਕ ਬਾਈਟ ਕਹਿ ਦਿੱਤਾ ਜਾਂਦਾ ਹੈਗਾ। ਹੁਣ ਅੱਗੇ ਹੌਲੀ ਹੌਲੀ ਵੱਧਦੇ ਜਾਈਏ, ਜਦੋਂ 1024 ਬਾਈਟਸ ਇਕੱਠੀਆਂ ਹੁੰਦੀਆਂ ਉਹਨੂੰ ਇੱਕ ਕਿਲੋ ਬਾਈਟ ਕਹਿੰਦੇ ਆ। 1024 ਕਿਲੋ ਬਾਈਟ ਇਕੱਠੀਆਂ ਹੋਣ ਤਾਂ ਇੱਕ ਮੈਗਾਬਾਈਟ, ਜਿਹਨੂੰ ਆਪਾਂ MB ਕਹਿੰਦੇ ਆ, 1 MB 2 MB। ਦੈਨ 1024 MBs ਜਦੋਂ ਇਕੱਠੇ ਹੁੰਦੇ ਆ ਤਾਂ GB। ਸੋ ਇਸੇ ਤਰ੍ਹਾਂ ਇਹ ਡਾਊਨ ਦਾ ਲਾਈਨ ਏਦਾਂ ਆਰਡਰ ਵੱਧਦਾ ਜਾਂਦਾ। ਇਹ ਬਹੁਤ ਵੱਡੀ ਮੈਮਰੀ ਹੁੰਦੀ ਹੈ, GB, ਬਹੁਤ ਜ਼ਿਆਦਾ ਵੱਡੀ ਮੈਮਰੀ। ਵੈਸੇ ਤਾਂ ਇੱਥੇ ਤੱਕ ਹੀ ਬਹੁਤ ਵੱਡੀ ਹੁੰਦੀ ਹੈ ਪੈਟਾਬਾਈਟ, ਪਰ ਚਲੋ ਇਹ ਫਿਰ ਵੀ ਯੂਜ਼ ਹੁੰਦੀ ਹੈਗੀ ਹੈ, ਬਟ ਇਹ ਤਾਂ ਬਹੁਤ ਅੱਗੇ ਦੀ ਗੱਲ ਚਲੀ ਗਈ। ਹੁਣ ਇਹਦੇ ਵਿੱਚ ਕੁਐਸਚਨ ਕਿੱਦਾਂ ਦਾ ਆਉਂਦਾ ਹੈ, ਜਾਂ ਤਾਂ ਤੁਹਾਨੂੰ ਕਿਸੇ ਦਾ ਰਿਲੇਸ਼ਨ ਪੁੱਛ ਲੈਣਗੇ, ਇਹਦਾ ਟੈਰਾਬਾਈਟ ਦਾ ਮੈਗਾਬਾਈਟ ਨਾਲ ਕੀ ਰਿਲੇਸ਼ਨ ਹੈ, ਗੀਗਾਬਾਈਟ ਦਾ, ਜਾਂ ਕਹਿਣਗੇ ਕਿ ਕਨਵਰਟ ਕਰੋ, ਇਨਕਰੀਜ਼ਿੰਗ ਆਰਡਰ ਡਿਕਰੀਜ਼ਿੰਗ ਆਰਡਰ 'ਚ ਲਗਾਓ। ਹੁਣ ਕੋਈ ਵੀ ਕੁਐਸਚਨ ਆ ਜਾਏ ਤੁਹਾਨੂੰ ਇਹ ਟੇਬਲ ਯਾਦ ਹੋਣਾ ਚਾਹੀਦਾ। ਤੁਸੀਂ ਅਗਰ ਟੇਬਲ ਯਾਦ ਹੈ ਤਾਂ ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਸਪੋਜ਼ ਤੁਹਾਨੂੰ ਕੋਈ ਰਿਲੇਸ਼ਨ ਆ ਗਿਆ, ਤੁਹਾਨੂੰ ਅਗਰ ਰਿਲੇਸ਼ਨ ਆ ਗਿਆ 1 ਟੈਰਾਬਾਈਟ ਇਜ਼ ਇਕੁਅਲ ਟੂ ਹਾਊ ਮੈਨੀ ਮੈਗਾਬਾਈਟ, ਆ ਗਿਆ ਕੁਐਸਚਨ ਮੰਨ ਲਓ, ਠੀਕ ਹੈ। ਹੁਣ ਅਗਰ 1 ਟੈਰਾਬਾਈਟ ਤੇ 1
सॉरी गीगाबाइट का रिलेशन पूछया होंदा फिर तो सीधा ही आंसर सीगा, लेकिन उन्हें रिलेशन एरा ते एरा पूछया हैगा, सॉरी एरा ते एरा टेराबाइट ते मैगाबाइट का। हुण 1 टेराबाइट दे विच 1024 गीगाबाइट हुंदे हैं, ठीक है जी। 1 गीगाबाइट दे विच 1024 मैगाबाइट्स होंगे हैं, तो ये कितना हो जाएगा 1024 मल्टीप्लाई बाय 1024 मैगाबाइट, तो इसका आंसर कितना आ जाएगा 1 टेराबाइट इज इक्वल टू 1024 मल्टीप्लाई बाय 1024 मैगाबाइट। ये जिवें जिवें तुसी उपर नूं जाई जाओगे रिलेशन दे विच ये मल्टीप्लाई हुंदा जाएगा, ऐड नहीं करना इनू। जिवें इत्थों मैं इत्थे तक आया तो 1024 मल्टीप्लाई बाय 1024 प्लस नहीं करना, जेड़ा 1024 हुंदा है वो 2 दी पावर 10 हुंदा हैगा, तो 2 दी पावर 10 मल्टीप्लाई बाय 2 दी पावर 10, तो दिस कैन बी रिटन एज, तो ये भी आ सकता। तो ये जेड़ा टेबल हैगा ये तुहानू चंगी तरह याद होना चाहिए, या एटलीस्ट पेटाबाइट तक कर ही लो, ज़्यादा अगे ना भी करो बट एटलीस्ट पेटाबाइट तक कर लो। पर यू नैवर नो क्वेश्चन दे विचों किवें दा पुछ लैन, कल नूं आपां नूं ये अफसोस ना होवे कि यार शायद मैं जे पढ़ गया हुंदा तो मैनूं पता हुंदा कि योटोबाइट वड्डा हुंदा कि ब्रोंटोबाइट वड्डा हुंदा, ठीक है। तो मेरे अकॉर्डिंग तो इनू पूरे नूं कर लियो, ठीक है जी। आपां अगे चलिए। मोस्ट इंपॉर्टेंट चीज ਇਹਦੇ ਵਿੱਚੋਂ ਇੱਕ क्वेश्चन 100% आंदा हैगा, और ਇਹਨੂੰ ਜੇ ਤੁਸੀਂ ਚੰਗੀ ਤਰ੍ਹਾਂ ਕਰ ਲਓ ਤਾਂ ਤੁਹਾਡਾ ਉਹ ਪੂਰਾ ਪਾर्ट कवर हो जाता हैगा। सो ये की हैगा जी अपना मैमरी का स्ट्रक्चर हैगा, मैमरी के बारे दसिया होया हैगा कि अपनी जिहड़ी कंप्यूटर की मैमरी हुंदी हैगी वो किवें किवें डिवाइडेड है, प्राइमरी एंड सैकेंडरी मैमरी दो हिस्सों च डिवाइड किया जाता हैगा अपने सिस्टम की मैमरी नूं। प्राइमरी मैमरी दे विच कुछ पार्ट आंदा हैगा कैश मैमरी का, ते कुछ पार्ट आंदा हैगा मेन मैमरी का। कैश मैमरी ते आइए आपां, जिहड़ा अपना CPU हुंदा हैगा जिन्हों आपां सेंट्रल प्रोसैसिंग यूनिट कहने हैं। कल जिहड़ी मैं एक डायग्राम दिखाई सीगी तुहानूं जिहदे विच अपने कोल तीनों कट्ठे सीगे इनपुट यूनिट आउटपुट यूनिट एंड सेंट्रल प्रोसैसिंग यूनिट, ਉਹਦੇ ਵਿੱਚ ਜੇ ਤੁਹਾਨੂੰ ਥੋੜਾ ਜਿਹਾ ਧਿਆਨ 'ਚ ਹੋਵੇ ਤਾਂ ਇਹਦੇ ਵਿੱਚ ਆਪਾਂ ਨੇ ਰਜਿਸਟਰਸ ਐਂਡ ਕੈਸ਼ ਇਹ CPU ਦੇ ਅੰਦਰ ਹੀ ਬਣਾਏ ਹੋਏ ਸੀਗੇ। ਸੋ ਜਿਹੜੇ ਰਜਿਸਟਰਸ ਹੁੰਦੇ ਨੇ ਇਹ ਇੱਕ ਮੈਮਰੀ ਡਿਵਾਈਸ ਹੁੰਦੇ ਨੇ, ਇਹ ਤਾਂ CPU ਦੇ ਅੰਦਰ ਹੀ ਹੁੰਦੇ ਆ। ਜਿਹੜੀ ਕੈਸ਼ ਮੈਮਰੀ ਹੁੰਦੀ ਹੈ ਉਹ ਸਮਟਾਈਮਸ CPU ਦੇ ਅੰਦਰ ਵੀ ਹੁੰਦੀ ਹੈ ਤੇ ਸਮਟਾਈਮਸ CPU ਦੇ ਬਾਹਰ ਵੀ ਹੁੰਦੀ ਹੈ। ਇਹ ਟੋਟਲੀ ਡਿਪੈਂਡ ਕਰਦਾ ਹੈਗਾ मैन्युफैक्चरर ਦੇ ਉੱਤੇ कि मैन्युफैक्चरर ने किस तरह उसनों बनाया हैगा, ठीक है। ये दोनों नूं आपां जिहड़ा हैगा कैश मैमरी दे अंडर रख दिंदे हैगे CPU रजिस्टर्स एंड कैश मैमरी नूं। दोनों दे फंक्शनस क्योंकि सिमिलर हुंदे ने, मिलदे जुलदे फंक्शनस हुंदे ने इन्हां दे, तां इन्हां नूं जिहड़ा हैगा इकट्ठा रखिया जाता हैगा कैश मैमरी दे टॉपिक दे अंदर, ठीक है। CPU रजिस्टर सब तो फास्ट होंगे ने लेकिन सब तो छोटे होंगे ने, इन्हां दी जिहड़ी मैमरी की कैपेसिटी हैगी है वो किलोबाइट्स होंदी हैगी है, 64 KB 128 KB इन्ने होंगे हैगे CPU रजिस्टर। कैश मैमरी MBs भी आ जाती हैगी अजकल। काम इन्हां दा इक्को ही हुंदा है, वो की हुंदा हैगा प्रोसैसर नूं जिहड़ी भी चीज़ां की लोड़ बार बार पैनी हैगी है, उहनूं कोई काम करते हुए किसी एड्रैस की या किसी भी चीज़ की XYZ चीज़ की लोड़ टैंपरेरी तौर पर पैंदी है बार बार, तो वह की करता है कैश मैमरी च रख लेंदा है, ठीक है। उहदे नाल की हैगा कि उहदी प्रोसैसिंग फास्ट हो जाती हैगी है। क्यों? क्योंकि देखो मैं तुहानूं एग्जाम्पल दे, मैं ये पेन बार बार यूज़ करना हैगा, ठीक है, तो इनू मैं अपने कोल ही रखा होया हैगा, ठीक। कोई होर चीज़ हैगी है जिमें सपोज करो कि मेरी कोई होर चीज़ हैगी है जिहड़ी मैनूं इत्थे वरती नहीं जानी बट विच विच लोड़ पैंदी हैगी है, कोई उहदा माउस हैगा
ਜਾਂ ਕੋਈ ਹੋਰ ਚੀਜ਼ ਹੈਗੀ ਹੈ ਉਹਨੂੰ ਮੈਂ ਦੂਰ ਰੱਖਿਆ ਹੋਇਆ ਆਪਣੇ ਤੋਂ, ਉਹਨੂੰ ਵਿੱਚ ਵਰਤਣਾ ਤਾਂ ਮੈਂ ਚੱਕ ਲੂੰਗਾ। ਹੁਣ ਅਗਰ ਇਹਨੂੰ ਮੈਂ ਥੋੜਾ ਦੂਰ ਰੱਖਾਂ ਆਪਣੇ ਤੋਂ ਤਾਂ ਬਾਰ-ਬਾਰ ਮੈਨੂੰ ਚੱਕ ਕੇ ਲੈਣਾ ਪਏਗਾ, ਤਾਂ ਉਹ ਮੇਰਾ ਟਾਈਮ ਵੇਸਟ ਹੋਏਗਾ। ਸੋ ਉਹ ਚੀਜ਼ ਪ੍ਰੋਸੈਸਰ ਕੀ ਕਰਦਾ ਹੈਗਾ, ਆਟੋਮੈਟਿਕਲੀ ਜਿਹੜੀ ਚੀਜ਼ ਉਹਦੀ ਬਾਰ-ਬਾਰ ਵਰਤਣੀ ਵਾਲੀ ਹੁੰਦੀ ਹੈ ਉਹਨੂੰ ਕੈਸ਼ ਦੇ ਵਿੱਚ ਸਟੋਰ ਕਰਦਾ ਹੈ। ਜਾਂ ਜੋ ਰੀਸੈਂਟਲੀ ਓਪਨ ਕੀਤੀ ਹੁੰਦੀ ਹੈ, ਤੁਸੀਂ ਕੋਈ ਵੈਬਸਾਈਟ ਚਲਾਈ ਹੈ ਜਾਂ ਕੁਝ ਤੁਸੀਂ ਜਿਵੇਂ ਮੋਬਾਈਲ ਚਲਾਉਂਦੇ ਹੋ, ਮੋਬਾਈਲ ਦੇ ਵਿੱਚ ਐਪਸ ਖੋਲਦੇ ਹੋ, ਉਹਦੇ ਵਿੱਚ ਇੱਕ ਬਟਨ ਹੁੰਦਾ ਆਪਣਾ ਰੀਸੈਂਟ ਐਪਸ ਵਾਲਾ, ਜਿਹੜਾ ਆਪਾਂ ਕਰਦੇ ਨਹੀਂ ਹੁੰਦੇ ਦੱਬ ਕੇ ਉਹਨੂੰ ਰੀਸੈਂਟ ਐਪਸ ਨੂੰ ਕਲੀਅਰ ਕਰਨਾ, ਤਾਂ ਉਹ ਬੇਸਿਕਲੀ ਤੁਹਾਡੀ ਕੈਸ਼ ਮੈਮਰੀ ਦੇ ਵਿੱਚ ਚੱਲ ਰਹੀਆਂ ਹੁੰਦੀਆਂ, ਜਾਂ ਕਹ ਲਓ ਕਿ ਕੈਸ਼ ਮੈਮਰੀ ਦੇ ਵਿੱਚ ਉਹ ਸਟੋਰ ਪਈਆਂ ਹੁੰਦੀਆਂ ਹੈਗੀਆਂ। ਰੈਮ ਦੇ ਵਿੱਚ ਐਗਜ਼ੀਕਿਊਟ ਹੁੰਦੀਆਂ ਨੇ ਤੇ ਕੈਸ਼ ਦੇ ਵਿੱਚ ਉਹਦਾ ਰਿਕਾਰਡ ਰੱਖ ਦਿੰਦਾ ਹੈਗਾ ਕਿ ਲਾਸਟ ਟਾਈਮ ਆਪਾਂ ਕੀ ਕਰ ਰਹੇ ਸੀਗੇ। ਠੀਕ ਹੈ, ਛੋਟਾ ਜਿਹਾ ਵੈਸੇ ਇਹਦਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿਖਾਣਾ ਇਹਦੇ ਤੇ, ਜਿਵੇਂ ਹੁਣ ਮੈਂ ਇਹਨੂੰ ਯੂਜ਼ ਕਰ ਰਿਹਾ, ਠੀਕ ਹੈ, ਮੈਂ ਇੱਥੇ ਗਿਆ ਦੁਬਾਰਾ ਤੋਂ, ਸੌਰੀ ਹੁਣ ਦੇਖੋ ਮੈਂ ਉਹਦੇ ਵਿੱਚ ਜਾ ਕੇ ਜਿੱਥੇ ਮੇਰੀ ਫਾਈਲ ਐਕਚੁਅਲ ਪਈ ਸੀ ਮੈਂ ਉਹਨੂੰ ਖੋਲਿਆ ਦੁਬਾਰਾ ਤੋਂ, ਬਟ ਮੇਰੀ ਫਾਈਲ ਉੱਥੇ ਹੀ ਖੁੱਲ ਗਈ ਜਿੱਥੇ ਮੈਂ ਛੱਡਿਆ ਸੀਗਾ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਇਹ ਬਹੁਤ ਪ੍ਰੈਕਟੀਕਲ ਐਗਜ਼ਾਮਪਲ ਹੈਗਾ ਕੈਸ਼ ਮੈਮਰੀ ਦੀ ਯੂਜ਼ੇਜ ਦਾ। ਇਹਦਾ ਜਿਹੜਾ ਇਹ ਵੀ ਇੱਕ ਸਮਾਰਟ ਡਿਵਾਈਸ ਹੈਗਾ, ਇਹਦਾ ਜਿਹੜਾ ਪ੍ਰੋਸੈਸਰ ਹੈਗਾ ਉਹਨੇ ਕੀ ਕੀਤਾ, ਉਹਨੇ ਆਪਣੀ ਮੈਮਰੀ ਦੇ ਵਿੱਚ ਉਹ ਚੀਜ਼ ਸਟੋਰ ਰੱਖੀ ਕੈਸ਼ ਮੈਮਰੀ ਦੇ ਵਿੱਚ ਕਿ ਮੈਂ ਕਿੱਥੇ ਸੀਗਾ ਲਾਸਟ ਟਾਈਮ। ਸੋ ਉਹਨੇ ਡਾਇਰੈਕਟਲੀ ਉਹ ਖੋਲਤਾ, ਇਹਦੇ ਨਾਲ ਕੀ ਹੋਇਆ, ਜਸਟ ਟਾਈਮ ਸੇਵਿੰਗ ਹੋ ਗਈ, ਪ੍ਰੋਸੈਸਿੰਗ ਥੋੜੀ ਫਾਸਟ ਹੋ ਗਈ। ਠੀਕ, CPU ਰਜਿਸਟਰਸ ਤੇ ਕੈਸ਼ ਮੈਮਰੀ ਦਾ ਇਹੀ ਕੰਮ ਹੁੰਦਾ ਹੈਗਾ। ਤੁਸੀਂ ਵੈਬਸਾਈਟ ਚਲਾਉਂਦੇ ਹੋ ਜਾਂ ਕੁਝ ਵੀ ਇਹੋ ਜਿਹੀ ਚੀਜ਼ ਚਲਾਉਂਦੇ ਹੋ ਤਾਂ ਉਹਦੇ 'ਚ ਤੁਹਾਡਾ ਡੇਟਾ ਸਟੋਰ ਰੱਖਦਾ ਹੈ। ਬਟ ਇਹਦਾ ਨੁਕਸਾਨ ਸਿਰਫ ਇੰਨਾ ਕੁ ਹੈ ਕਿ ਜਦੋਂ ਲਾਈਟ ਗਈ, ਜਦੋਂ ਇਹਨੂੰ ਕਰੰਟ ਨਹੀਂ ਮਿਲ ਰਿਹਾ, ਫਿਰ ਸਭ ਕੁਝ ਡਿਲੀਟ ਹੋ ਜਾਂਦਾ ਹੈ। ਦਿਸ ਇਜ਼ ਟੈਂਪਰੇਰੀ ਮੈਮਰੀ। ਨੀਚੇ ਇੱਕ ਵਰਡ ਲਿਖਿਆ ਹੋਇਆ ਤੁਹਾਨੂੰ ਮਿਲ ਰਿਹਾ ਵੋਲੇਟਾਈਲ, ਤੁਸੀਂ ਇਹ ਸਾਰੇ ਸ਼ਬਦ ਯਾਦ ਰੱਖਣੇ ਆ। ਵੋਲੇਟਾਈਲ ਮੈਮਰੀ ਕਿਹਾ ਚਾਹੇ ਟੈਂਪਰੇਰੀ ਮੈਮਰੀ ਕਿਹਾ, ਉਹਦਾ ਮਤਲਬ ਕੀ ਹੁੰਦਾ ਹੈਗਾ, ਐਸੀ ਮੈਮਰੀ ਜਿਸ ਮੈਮਰੀ ਦੇ ਵਿੱਚੋਂ ਡਾਟਾ ਡਿਲੀਟ ਹੋ ਜਾਏਗਾ ਜਿਵੇਂ ਹੀ ਲਾਈਟ ਜਾਂਦੀ ਹੈ ਜਾਂ ਕਰੰਟ ਜਾਂਦਾ ਹੈਗਾ। ਠੀਕ ਹੈ, ਤਾਂ ਤੁਸੀਂ ਇਹਨੂੰ ਚਾਹੇ ਟੈਂਪਰੇਰੀ ਮੈਮਰੀ ਕਹਿ ਲਓ, ਚਾਹੇ ਇਹਨੂੰ ਜਿਹੜਾ ਹੈਗਾ ਵੋਲੇਟਾਈਲ ਮੈਮਰੀ ਕਹਿ ਲਓ, ਇੱਕੋ ਗੱਲ ਹੁੰਦੀ ਹੈ। ਹੁਣ ਆਪਾਂ ਆਈਏ ਮੇਨ ਮੈਮਰੀ ਵਾਲੇ ਪਾਰਟ ਤੇ। ਮੇਨ ਮੈਮਰੀ ਦੇ ਦੋ ਹਿੱਸੇ ਹੁੰਦੇ ਹੈਗੇ, ਇੱਕ ਹੁੰਦੀ ਹੈ ਰੈਮ ਤੇ ਇੱਕ ਹੁੰਦੀ ਹੈ ਰੋਮ। ਹੁਣ ਇਹ ਦੋਨਾਂ ਦੇ ਵਿੱਚੋਂ ਜਿਹੜਾ ਹੈਗਾ ਨਾ, ਜਿਹੜੀ ਰੈਮ ਹੁੰਦੀ ਹੈ that is temporary memory, ਬਟ ਜਿਹੜੀ ਰੋਮ ਹੁੰਦੀ ਹੈਗੀ ਹੈ ਉਹ ਕੀ ਹੁੰਦੀ ਹੈਗੀ ਹੈ, ਪਰਮਾਨੈਂਟ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਮ ਨॉन ਵੋਲੇਟਾਈਲ ਦੇ ਅੰਦਰ ਆ ਰਹੀ ਹੈ। ਨॉन ਵੋਲੇਟਾਈਲ ਦਾ ਮਤਲਬ ਪਰਮਾਨੈਂਟ, ਮਤਲਬ ਜੋ ਵੀ ਇਸ ਮੈਮਰੀ ਦੇ ਵਿੱਚ ਲਿਖਿਆ ਹੋਇਆ ਹੈਗਾ, ਜੋ ਵੀ ਇਸ ਮੈਮਰੀ 'ਚ ਪਿਆ ਹੈਗਾ, ਉਹ ਡਾਟਾ ਡਿਲੀਟ ਹੋ, ਲਾਈਟ ਜਾਵੇ ਨਾ ਜਾਵੇ, ਡਜ਼ਨਟ ਮੈਟਰ, ਉਹ ਐਜ਼ ਇਟ ਇਜ਼ ਰਹੇਗਾ ਜਦ ਤੱਕ ਉਹਨੂੰ ਕੋਈ ਆਪ ਨਹੀਂ ਡਿਲੀਟ ਕਰਕੇ ਚੇਂਜ ਕਰਦਾ। रैम के दो पार्ट्स, दो टाइप्स होंगे बेसिकली, एस रैम एंड डी रैम, स्टैटिक रैम एंड डायनामिक रैम। इन्हां दी सिर्फ यूजेज दे विच फर्क हुंदा हैगा। स्टैटिक रैम दे विच इलैक्ट्रॉनिक कंपोनेंट्स होंदे ने, फ्लिप फ्लॉप वो यूज होंदे ने। डायनामिक रैम दे विच कैपेसिटर्स यूज होंदे ने। इन्हां नूं रिफ्रैशिंग की लोड़ पैंदी है, इन्हां नूं नहीं पैंदी हैगी। रोम रीड ओनली मैमरी, ये तुहानूं मैं दस ही दिता परमानेंट टाइप की हुंदी है, चाहे लाइट जाए चाहे ना जाए, इसका डाटा एज इट इज इंटैक्ट रहिंदा हैगा। ये टाइप्स होंदे ने पी रोम, ई पी रोम, ई पी रोम। पी रोम मतलब, पी का मतलब प्रोग्रामेबल, ई इरेजेबल, डबल ई इलैक्ट्रिकली इरेजेबल। सो इन्हां दे फुल फॉर्म की बन गए, रोम का तो रीड ओनली मैमरी, प्रोग्रामेबल रीड ओनली मैमरी, यह इरेजेबल प्रोग्रामेबल रीड ओनली मैमरी, इलैक्ट्रिकली इरेजेबल प्रोग्रामेबल रीड ओनली मैमरी। मतलब इनू प्रोग्राम भी कर सकते हैं दोबारा, बट वो लिए कंप्यूटर इंजीनियर्स जोड़े होंगे ने, जोड़े जिन्होंने यदि नो हाउ है वही कर सकते हैं। आम बंदे जिमें आप यूज कर रहे हैं, आप नहीं ये चेंजेस कर सकते। दैन सैकेंडरी मैमरी,
दो पार्ट ਚੱਲੇ ਸੀਗੇ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਤੋਂ ਸੈਕੰਡਰੀ ਮੈਮਰੀ ਤੇ ਸੈਕੰਡਰੀ ਮੈਮਰੀ ਨੂੰ ਨਾਰਮਲੀ ਐਕਸਟਰਨਲ ਮੈਮਰੀ ਵੀ ਕਹਿ ਦਿੰਦੇ ਆ ਆਕਸੀਲਰੀ ਮੈਮਰੀ ਵੀ ਕਹਿ ਦਿੰਦੇ ਆ ਆਪਾਂ ਤੋਂ ਇਹਦੇ ਵਿੱਚ ਵੱਡੀ ਮੈਮਰੀਜ਼ ਆ ਜਾਂਦੀਆਂ ਨੇ ਰੋਮ ਨੂੰ ਸੈਕੰਡਰੀ ਮੈਮਰੀ ਕਹਿ ਸਕਦੇ ਆ ਕਿਹਨੂੰ ਕਹਿ ਸਕਦੇ ਆ ਰੋਮ ਨੂੰ ਨੋ ਰੋਮ ਨੂੰ ਸੈਕੰਡਰੀ ਮੈਮਰੀ ਨਹੀਂ ਕਹਿਣਾ ਰੋਮ ਇਜ਼ ਅ ਪ੍ਰਾਇਮਰੀ ਮੈਮਰੀ ਪ੍ਰਾਇਮਰੀ ਮੈਮਰੀ ਦੇ ਦੋ ਪਾਰਟਸ ਹੁੰਦੇ ਆ ਇੱਕ ਮੇਨ ਮੈਮਰੀ ਇੱਕ ਕੈਸ਼ ਮੈਮਰੀ ਮੇਨ ਮੈਮਰੀ ਦੇ ਅੱਗੇ ਦੋ ਹਿੱਸੇ ਹੁੰਦੇ ਆ ਰੈਮ ਐਂਡ ਰੋਮ ਰੈਮ ਜਿਹੜੀ ਹੈਗੀ ਹੈ ਵੋਲੇਟਾਈਲ ਹੁੰਦੀ ਹੈ ਰੋਮ ਨਾਨ ਵੋਲੇਟਾਈਲ ਇਹਨੂੰ ਸੈਕੰਡਰੀ ਮੈਮਰੀ ਨਹੀਂ ਕਹਿਣਾ ਦਿਸ ਇਜ਼ ਨਾਟ ਸੈਕੰਡਰੀ ਮੈਮਰੀ ਇਹ ਹੁੰਦੀਆਂ ਨੇ ਸੈਕੰਡਰੀ ਮੈਮਰੀ ਬੇਸਿਕਲੀ ਇਹਨੂੰ ਆਪਾਂ ਇਦਾਂ ਕਹਿ ਸਕਦੇ ਹਾਂ ਜਿਹੜੀ ਮੈਮਰੀ ਦੀ ਵਰਤੋਂ ਆਪਾਂ ਆਪਦੇ ਹਿਸਾਬ ਨਾਲ ਕਰ ਸਕੀਏ ਉਹਨੂੰ ਸੈਕੰਡਰੀ ਮੈਮਰੀ ਕਹਿ ਦਿੰਦੇ ਆ ਵੈਸੇ ਐਸ ਸੱਚ ਕੋਈ ਡੈਫੀਨੇਸ਼ਨ ਨਹੀਂ ਹੈ ਇਹ ਬਟ ਜਿਹੜੀ ਮੈਮਰੀਜ਼ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਆਮ ਯੂਜ਼ਰ ਆਪਣੇ ਹਿਸਾਬ ਨਾਲ ਯੂਜ਼ ਕਰ ਸਕਦਾ ਹੈ ਉਹ ਸੈਕੰਡਰੀ ਮੈਮਰੀ ਚ ਆ ਜਾਂਦੀ ਹੈ ਬਾਕੀ ਜਿੰਨੀਆਂ ਵੀ ਮੈਮਰੀਜ਼ ਹੁੰਦੀਆਂ ਨੇ ਉਹਨੂੰ ਸਿਸਟਮ ਆਪੇ ਯੂਜ਼ ਕਰਦਾ ਹੈ ਆਪਦੇ ਲਈ ਉਹਨੂੰ ਆਪਾਂ ਨਹੀਂ ਕੁਝ ਕਰ ਸਕਦੇ ਉਹਦੇ ਵਿੱਚ ਮੈਗਨੈਟਿਕ ਟੇਪਸ ਇਹ ਆਉਂਦੀਆਂ ਸੀਗੀਆਂ ਕਾਫੀ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ VCR 'ਚ ਵੱਡੀ ਵੱਡੀ ਵੀਡੀਓ ਕੈਸੇਟਸ ਪੈਂਦੀਆਂ ਸੀਗੀਆਂ ਜਾਂ ਛੋਟੀਆਂ ਛੋਟੀਆਂ ਕੈਸੇਟਸ ਆਡੀਓ ਕੈਸੇਟਸ ਹੋ ਗਈਆਂ ਉਹ ਮੈਗਨੈਟਿਕ ਟੇਪਸ ਹੁੰਦੀਆਂ ਸੀ ਉਹ ਪੱਟੀ ਜੀ ਹੁੰਦੀ ਸੀ ਕਾਲੀ ਜੀ ਨਾ ਦੈਟ ਇਜ਼ ਮੈਗਨੈਟਿਕ ਟੇਪ ਇਹ ਜਿਹੜੀਆਂ ਹੁੰਦੀਆਂ ਸੀਗੀਆਂ ਇਹ ਸੀਕੁਐਂਸ਼ੀਅਲ ਐਕਸੈਸ ਹੁੰਦਾ ਸੀਗਾ ਹੁਣ ਸੀਕੁਐਂਸ਼ੀਅਲ ਐਕਸੈਸ ਦਾ ਮਤਲਬ ਕੀ ਹੁੰਦਾ ਹੈ ਅਗਰ ਇੱਕ ਗਾਣਾ ਚੱਲੇਗਾ ਉਹ ਤੋਂ ਬਾਅਦ ਹੀ ਦੂਜਾ ਗਾਣਾ ਚੱਲੇਗਾ ਉਸ ਤੋਂ ਬਾਅਦ ਤੀਸਰਾ ਗਾਣਾ ਚੱਲੇਗਾ ਤੁਸੀਂ ਡਾਇਰੈਕਟਲੀ ਚੌਥੇ ਗਾਣੇ ਤੇ ਜੰਪ ਨਹੀਂ ਕਰ ਸਕਦੇ ਤੁਹਾਨੂੰ ਸਾਰੀ ਰੀਲ ਨੂੰ ਘੁਮਾ ਕੇ ਕ੍ਰਾਸ ਕਰਕੇ ਫਾਰਵਰਡਿੰਗ ਹੁੰਦੀ ਸੀ ਉਹਦੇ ਵਿੱਚ ਵੀ ਲੇਕਿਨ ਉਹਦੇ ਵਿੱਚ ਫਟਾਫਟ ਘੁੰਮਦੀ ਸੀ ਉਹ ਤੇ ਉਹ ਤੀਸਰੇ ਤੋਂ ਚੌਥੇ ਗਾਣੇ ਤੇ ਪਹੁੰਚਦੀ ਸੀ ਲੇਕਿਨ ਤੁਹਾਨੂੰ ਕ੍ਰਾਸ ਜ਼ਰੂਰ ਕਰਨਾ ਪਏਗਾ ਸੋ ਦੈਟ ਇਜ਼ ਕਾਲਡ ਸੀਕੁਐਂਸ਼ੀਅਲ ਐਕਸੈਸ ਦੂਸਰੇ ਤਰ੍ਹਾਂ ਦਾ ਜਿਹੜਾ ਐਕਸੈਸ ਹੋਇਆ ਉਹਨੂੰ ਕੀ ਕਿਹਾ ਜਾਂਦਾ ਡਾਇਰੈਕਟ ਐਕਸੈਸ ਕਿ ਆਪਾਂ ਡਾਇਰੈਕਟਲੀ 10ਵੇਂ ਗਾਣੇ ਤੇ ਜਾ ਸਕਦੇ ਹਾਂ ਡਾਇਰੈਕਟਲੀ 15ਵੇਂ ਗਾਣੇ ਤੇ ਜਾ ਸਕਦੇ ਹਾਂ ਇਹ ਜਿਹੜੇ ਵੀ ਵਰਡਸ ਨੇ ਨਾ ਜੀ ਇਹ ਬਹੁਤ ਇੰਪੋਰਟੈਂਟ ਨੇ ਇਹਨਾਂ ਚੋਂ ਕਿਸੇ ਵੀ ਵਰਡ ਦੇ ਉੱਤੇ ਕੁਐਸਚਨ ਆ ਜਾਂਦਾ ਹੈ ਛੋਟੇ ਜਿਹੇ ਵਰਡ ਨੂੰ ਚੱਕ ਲੈਂਦੇ ਆ ਸੋ ਇਹ ਇੱਕ ਸਲਾਈਡ ਦੇ ਵਿੱਚ ਕਾਫੀ ਕੁਝ ਜਿਹੜਾ ਹੈਗਾ ਇਕੱਠਾ ਕਰਕੇ ਤੁਹਾਨੂੰ ਦਿੱਤਾ ਗਿਆ ਹੈਗਾ ਅਗਰ ਤੁਸੀਂ ਇਹ ਸਲਾਈਡ ਬਹੁਤ ਧਿਆਨ ਨਾਲ ਕਰ ਲਓ ਤਾਂ ਸ਼ਾਇਦ ਮੈਮਰੀ ਦਾ ਕੁਐਸਚਨ ਇਸ ਤੋਂ ਬਾਹਰ ਨਹੀਂ ਆਉਂਦਾ ਠੀਕ ਹੈ ਜੀ ਦੈਨ ਜਿਹੜੀ ਮੈਗਨੈਟਿਕ ਡਿਸਕ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਹਾਰਡ ਡਿਸਕ ਦਿਖਾਈ ਸੀ ਪਿੱਛੇ ਦੀ ਫੋਟੋ ਦੈਟ ਵਾਜ਼ ਮੈਗਨੈਟਿਕ ਡਿਸਕ ਉਹਨਾਂ ਦੇ ਵਿੱਚ ਮੈਗਨੈਟਿਕ ਡਿਸਕ ਕਿਉਂ ਕਹਿੰਦੇ ਕਿ ਉਹਦਾ ਜਿਹੜਾ ਮਟੀਰੀਅਲ ਬਣਿਆ ਹੁੰਦਾ ਉਹ ਮੈਗਨੈਟਿਕ ਮਟੀਰੀਅਲ ਹੁੰਦਾ ਅਗਰ ਕਿਤੇ ਤੁਸੀਂ ਬਹੁਤ ਇੱਕ ਸਟਰੋਂਗ ਮੈਗਨੇਟ ਉਹਦੇ ਉੱਪਰੋਂ ਫੇਰ ਦਿਓ ਸਾਰਾ ਡੇਟਾ ਡਿਲੀਟ ਹੋ ਜਾਏਗਾ ਉਹਦਾ ਦੈਨ ਆਪਟੀਕਲ ਹੁਣ ਇਹਦੇ ਉੱਤੇ ਵੀ ਕੁਐਸਚਨ ਆ ਜਾਂਦਾ ਹੁੰਦਾ ਆਪਟੀਕਲ ਸਟੋਰੇਜ ਕੀ ਹੁੰਦੀ ਹੈ ਆਪਟੀਕਲ ਸਟੋਰੇਜ ਉਹ ਹੁੰਦੀ ਹੈਗੀ ਹੈ ਪਹਿਲੀ ਗੱਲ ਤਾਂ ਉਹਦੇ ਟਾਈਪਸ CD DVD BRD HVD ਜਿਵੇਂ ਆਪਾਂ ਯੂਜ਼ ਕਰਦੇ ਸੀਗੇ ਨਾ CD DVDs ਸੋ ਉਹ ਉਹਨਾਂ ਨੂੰ ਆਪਟੀਕਲ ਸਟੋਰੇਜ ਕਿਹਾ ਜਾਂਦਾ ਹੈਗਾ ਆਪਟੀਕਲ ਸਟੋਰੇਜ ਕਿਉਂ ਕਹਿੰਦੇ ਆ ਕਿਉਂਕਿ ਉਹਦੇ ਵਿੱਚ ਡੇਟਾ ਸਟੋਰ ਕਰਨ ਦੇ ਲਈ ਤੇ ਡੇਟਾ ਰੀਡ ਕਰਨ ਦੇ ਲਈ ਜਿਹੜੀ ਟੈਕਨੋਲੋਜੀ ਯੂਜ਼ ਹੁੰਦੀ ਹੈ ਉਹ ਆਪਟੀਕਲ ਹੁੰਦੀ ਹੈ ਲੈਂਸ ਹੁੰਦਾ ਹੈਗਾ ਲੈਂਸ ਦੇ ਉੱਪਰ ਲੇਜ਼ਰ ਹੁੰਦੀ ਹੈਗੀ ਹੈ ਸੋ ਉਹਦੇ ਨਾਲ ਉਹਦੇ ਤੇ ਡੇਟਾ ਰਾਈਟ ਕੀਤਾ ਜਾਂਦਾ ਹੈ ਤੇ ਡੇਟਾ ਰੀਡ ਕੀਤਾ ਜਾਂਦਾ ਹੈ ਤਾਂ ਕਰਕੇ ਇਹਨੂੰ ਆਪਟਿਕਸ ਦਾ ਮਤਲਬ ਹੀ ਉਹੀ ਹੁੰਦਾ ਜਿਹੜਾ ਲਾਈਟ ਵਗੈਰਾ ਦੇ ਨਾਲ ਰਿਲੇਟਡ ਹੋਵੇ ਦੈਨ ਫਲੈਸ਼ ਮੈਮਰੀ ਠੀਕ ਹੈ ਹੁਣ ਫਲੈਸ਼ ਮੈਮਰੀ ਦੇ ਵਿੱਚ ਆਪਣੇ ਕੋਲ ਮੈਮਰੀ ਕਾਰਡ ਤੇ ਪੈਨ ਡਰਾਈਵ ਆ ਜਾਂਦੇ ਆ ਇਹਦੇ ਉੱਤੇ ਵੀ ਇੱਕ ਕੁਐਸਚਨ ਆਇਆ ਸੀ ਰੀਸੈਂਟ ਕਿਸੇ ਪੇਪਰ ਕਿ ਫਲੈਸ਼ ਮੈਮਰੀ ਕਿਹਨੂੰ ਕਹਿੰਦੇ ਆ नीचे दिए गए ऑप्शन या क्वेश्चन सीगा शायद पेन ड्राइव ਨੂੰ ਕੀ ਕਹਿੰਦੇ ਆ ठीक है सर तो जो इसके साथ भी हो CD के साथ 700 MB ये इसकी कैपेसिटी लिखी है सभी की हाँ जी CD ਦੀ 700 DVD ਦੀ ਇਹ BRD ਤੇ HVD ਦੀ ਇਹ BRD ਸੁਣੀ ਹੋਈ ਹੈ ਤੁਸੀਂ BRD what is the full form of BRD ਵੈਸੇ ਕਿਸੇ ਨੇ ਪੁੱਛਿਆ ਨਹੀਂ ਪੁੱਛਣਾ ਚਾਹੀਦਾ ਸੀ तो BRD is basically ਬਲੂ ਰੇ ਡਿਸਕ ਪਹਿਲਾਂ ਚੱਲਦੀਆਂ ਹੁੰਦੀਆਂ ਸੀਗੀਆਂ ਇਹ ਜਿਵੇਂ ਮੂਵੀਜ਼ ਆਉਂਦੀਆਂ ਸੀਗੀਆਂ ਨਾ ਤਾਂ ਮੂਵੀਜ਼ ਦੀ ਓਰੀਜਨਲ ਜਿਹੜੀਆਂ DVDs ਆਉਂਦੀਆਂ ਸੀਗੀਆਂ DVD ਵੀ ਆਉਂਦੀ ਸੀਗੀ ਉਹ BRD ਵੀ ਆਉਂਦੀ ਹੁੰਦੀ ਸੀਗੀ ਤਾਂ BRD ਦੀ ਜਿਹੜੀ ਕਪੈਸਿਟੀ ਹੁੰਦੀ ਹੈ 25 ਤੋਂ 50 GB ਹੁੰਦੀ ਹੈ ਬਹੁਤ ਹਾਈ ਡੈਫੀਨੇਸ਼ਨ ਹੁੰਦੀ फुल है फॉर्म बताना इसकी
ਇਸ ਦੀ ਹੁੰਦੀ ਹੈ ਜੀ ਬਲੂ ਰੇ ਡਿਸਕ। ओके HVD ਹੋਲੋਗ੍ਰਾਫਿਕ ਵਰਸੇਟਾਈਲ ਡਿਸਕ। ਇਹ ਘੱਟ ਸੁਣਿਆ ਹੁੰਦਾ ਕਾਫੀ, ਔਰ ਇਹ ਯੂਜ਼ੇਜ ਇਹਦੀ ਆਮ ਨਹੀਂ ਹੁੰਦੀ ਸੀ, सर ਮਤਲਬ रिपीट ਨਾਰਮਲੀ करना। ਨਹੀਂ। HVD ਦੇਖ, ਤੁਹਾਨੂੰ ਸਕਰੀਨ ਤੇ ਨਹੀਂ ਦਿਖ ਰਿਹਾ ਵੈਸੇ? ਇਹ ਸਕਰੀਨ ਵਿਜ਼ੀਬਲ ਹੈ ਤੁਹਾਨੂੰ? नो दिख नहीं नहीं सर दिख नहीं रहा। गुड इवनिंग ਇਹ सर। ਦੇਖੋ, गुड इवनिंग जी। नहीं ये दिख नहीं रहा ਤੁਹਾਨੂੰ? ਇਹ ਦੇਖੋ सर विजिबल है। सर फुल फॉर्म ਵਿਜ਼ੀਬਲ ਹੈ ਸਰ, ਦਿਖ ਰਿਹਾ ਜੀ। ਤੁਸੀਂ ਆਪਣਾ ਨਾ ਫੋਨ ਜਿਹੜਾ ਹੈਗਾ ਸਾਰੇ ਲੈਂਡਸਕੇਪ ਮੋਡ ਦੇ ਵਿੱਚ ਫੜਿਆ ਕਰੋ, ਪਹਿਲੀ ਗੱਲ। ਦੂਸਰੀ ਗੱਲ, ਉਹਦੀ ਆਟੋ ਰੋਟੇਸ਼ਨ ਔਨ ਰੱਖਿਆ ਕਰੋ। ਤੁਸੀਂ ਜਿਵੇਂ ਮਰਜ਼ੀ ਉਹਨੂੰ ਫਿਰ ਐਕਸਪੈਂਡ ਕਰਕੇ ਦੇਖ ਸਕਦੇ ਹੋ। ਹੋਲੋਗ੍ਰਾਫਿਕ ਵਰਸੇਟਾਈਲ ਡਿਸਕ, ਠੀਕ ਹੈ, ਆਪਟੀਕਲ ਟੈਕਨੋਲੋਜੀ ਤੇ ਬਣੀ ਸੀਗੀ ਤੇ ਇਹ ਪੁਰਾਣੇ ਟਾਈਮ ਦੇ ਉੱਤੇ ਹੀ ਹੁੰਦੀ ਸੀਗੀ, ਹੁਣ ਨਹੀਂ ਹੈਗੀ, ਅੱਜ ਕੱਲ੍ਹ ਨਹੀਂ ਯੂਜ਼ ਹੁੰਦੀਆਂ ਇਹ, ਪਹਿਲਾ ਟਾਈਮ ਸੀ। ਅੱਜ ਕੱਲ੍ਹ ਤਾਂ ਮੈਮਰੀ ਕਾਰਡ ਦਾ ਵੀ ਫੈਸ਼ਨ ਚਲਾ ਗਿਆ, ਠੀਕ ਹੈ, ਬਟ ਕੁਐਸਚਨ ਆਉਂਦੇ ਨੇ ਇੱਥੇ। ਓਕੇ, ਫਲੈਸ਼ ਮੈਮਰੀ ਕਿਉਂ ਕਹਿੰਦੇ ਇਹਨੂੰ? ਫਲੈਸ਼ ਮੈਮਰੀ ਇਸ ਲਈ ਕਹਿ ਦਿੰਦੇ ਹੈਗੇ ਕਿਉਂਕਿ ਇੱਕ ਜਿਹੜੀ ਇਹਦੀ ਟੈਕਨੋਲੋਜੀ ਹੁੰਦੀ ਹੈ, ਜਿਸ ਤਰ੍ਹਾਂ ਬਣੀ ਹੁੰਦੀ ਹੈਗੀ ਹੈ, ਉਹਦੀ ਜਿਹੜੀ ਟਾਈਪ ਹੈਗੀ ਹੈ ਉਹਨੂੰ ਫਲੈਸ਼ ਕਿਹਾ ਜਾਂਦਾ। ਹੁਣ ਮੈਂ ਤੁਹਾਨੂੰ ਐਗਜ਼ੈਕਟਲੀ ਨਹੀਂ ਸਮਝਾ ਸਕਦਾ, ਜਿਹੜੇ ਕੰਪੋਨੈਂਟਸ ਲੱਗੇ ਹੁੰਦੇ ਨੇ ਨਾ ਉਹਨੂੰ ਫਲੈਸ਼ ਮੈਮਰੀ ਕਿਹਾ ਜਾਂਦਾ ਹੈਗਾ ਐਕਚੁਅਲੀ, ਜਿਸ ਕੰਪੋਨੈਂਟਸ ਦੇ ਨਾਲ ਇਹ ਬਣਦੀ ਹੈ, ਠੀਕ। ਬਟ ਤੁਸੀਂ ਯਾਦ ਪੇਪਰ ਦੇ ਲਈ ਕੀ ਰੱਖਣਾ ਹੈ ਕਿ ਮੈਮਰੀ ਕਾਰਡ ਐਂਡ ਪੈਨ ਡਰਾਈਵ ਦੇ ਆਰ ਅੰਡਰ ਦ ਕੈਟੇਗਰੀ ਆਫ ਫਲੈਸ਼ ਮੈਮਰੀ। ਓਕੇ सर रिपीट करना। ਮੈਮਰੀ ਕਾਰਡ ਤੇ ਜਿਹੜੇ ਪੈਨ ਡਰਾਈਵ ਹੁੰਦੇ ਨੇ ਉਹ ਫਲੈਸ਼ ਮੈਮਰੀ ਦੇ ਅੰਦਰ ਆਉਂਦੇ ਨੇ, ਮਤਲਬ ਉਹ ਫਲੈਸ਼ ਮੈਮਰੀ ਟਾਈਪ ਆਫ ਮੈਮਰੀ ਕੀ ਹੈਗੀ ਹੈ? ਫਲੈਸ਼ ਮੈਮਰੀ। सर टाइप ऑफ स्टोरेज डिवाइस भी यही आएंगे? ये सारे स्टोरेज डिवाइस ही हैं। ठीक है सर। जो भी चीज इतने हैगी है ना, दिस इज स्टोरेज डिवाइस। ये सारे स्टोरेज डिवाइस ही हैं, फिजिकल डिवाइस होंगे हैं एक्चुअली के। ओके, सो ये कोई भी क्वेश्चन बन सकता हैगा। ऐसी मैमरी जिहदे विचों डेटा डिलीट नहीं होंदा जो लाइट जाती है, वो तो ऑप्शन दे देंगे तुहानूं, कैश मैमरी, रैम, CPU रजिस्टर, रोम। तो तुहानूं पता होना चाहिए कि रोम दे विचों डेटा डिलीट नहीं होंदा। ओके सर पिछली स्लाइड ਤੇ ਇੱਕ ਕੁਐਸਚਨ ਸੀਗਾ। पूछो जी। ਸਰ ਇੱਕ ਹੁੰਦੀ ਹੈ ਕੈਸ਼ ਮੈਮਰੀ, ਸਰ ਇੱਕ ਹੋਰ ਹੁੰਦੀ ਹੈ ਰਜਿਸਟਰ ਮੈਮਰੀ। हाँ, दोनों अलग अलग होंगे जी। हाँ जी सर, ਕੈਸ਼ ਮੈਮਰੀ ਤਾਂ ਤੁਸੀਂ ਦੱਸਤਾ ਸਰ, ਸਮਝ ਆ ਗਿਆ। ਰਜਿਸਟਰ ਮੈਮਰੀ ਸਰ ਇੱਕ ਵਾਰੀ ਦੱਸ ਦਿੰਦੇ ਉਸਦਾ ਕੀ ਫੰਕਸ਼ਨ ਹੁੰਦਾ? ਰਜਿਸਟਰ ਮੈਮਰੀ ਨਾ ਬੇਸਿਕਲੀ CPU ਰਜਿਸਟਰਸ ਨੂੰ ਕਿਹਾ ਜਾਂਦਾ ਹੈਗਾ। ਜਿਹੜਾ ਆਪਣਾ CPU ਹੁੰਦਾ ਹੈਗਾ ਨਾ, ਇਹਦੇ ਵਿੱਚ ਇੱਕ ਛੋਟੇ ਛੋਟੇ ਡਿਵਾਈਸ ਲੱਗੇ ਹੁੰਦੇ, ਮੈਮਰੀ ਡਿਵਾਈਸ, ਉਹਨਾਂ ਨੂੰ CPU ਰਜਿਸਟਰਸ ਕਹਿੰਦੇ ਆ। ਉਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਹੈ 64 ਬਿਟ, 64 ਬਿਟ ਜਾਂ 128 KB ਬਿਟ ਨਹੀਂ, ਸੌਰੀ KB, ਇੰਨੀ ਕੁ ਕਪੈਸਿਟੀ ਹੁੰਦੀ ਹੈ ਇਹਨਾਂ ਦੀ। ਇਹਨਾਂ ਦਾ ਕੰਮ ਜਿਹੜਾ ਹੈਗਾ ਉਹੀ ਹੁੰਦਾ ਜੋ ਕੈਸ਼ ਮੈਮਰੀ ਦਾ ਹੁੰਦਾ। ਜਿਵੇਂ ਮੈਂ ਤੁਹਾਨੂੰ ਕੈਸ਼ ਮੈਮਰੀ ਦੀ ਐਗਜ਼ਾਮਪਲ ਦੱਸੀ ਨਾ, ਇਹਨਾਂ ਦਾ ਵੀ ਕੰਮ ਉਹੀ ਹੈ। ਬਟ ਉਹੀ ਗੱਲ ਆ ਜਾਂਦੀ ਹੈ ਕਿ ਇਹ CPU ਦੇ ਸਭ ਤੋਂ ਨੇੜੇ ਹੁੰਦੇ ਆ, तो ਜਿਹੜੀ ਸਭ ਤੋਂ ਜ਼ਿਆਦਾ ਚੀਜ਼ ਦੀ ਲੋੜ ਹੈਗੀ ਹੈ ਔਰ ਜਿਹੜੀ ਚੀਜ਼ ਸਭ ਤੋਂ ਛੋਟੀ ਹੈ ਉਹ ਇਹ CPU ਰਜਿਸਟਰ 'ਚ ਰੱਖ ਲੈਂਦਾ ਹੈ। ਅਗਰ ਥੋੜੀ ਜੀ ਚੀਜ਼ ਵੱਡੀ ਹੈਗੀ ਹੈ ਤਾਂ ਉਹ ਕੈਸ਼ ਮੈਮਰੀ 'ਚ ਰੱਖ ਲੈਂਦਾ ਹੈ, ਅਗਰ ਉਸ ਤੋਂ ਵੀ ਵੱਡੀ ਹੈ ਤਾਂ ਉਹ ਰੈਮ 'ਚ ਚਲਾਈ ਜਾਂਦਾ ਹੈਗਾ। ਸੋ ਇਹ ਬੇਸਿਕਲੀ ਹੈ ਕੈਸ਼ ਮੈਮਰੀ ਹੀ, ਲੇਕਿਨ ਸਭ ਤੋਂ ਫਾਸਟੈਸਟ ਐਂਡ ਸਭ ਤੋਂ ਸਮੋਲੈਸਟ ਮੈਮਰੀ ਹੁੰਦੀ ਹੈ। ਓਕੇ ਜੀ। ਇੱਕ ਨੈਕਸਟ ਆਪਣੇ ਕੋਲ ਪਿਰਾਮਿਡ ਮੈਂ ਬਣਾਇਆ ਹੋਇਆ, ਇਹਦੇ ਵਿੱਚ ਤੁਹਾਨੂੰ ਏਦਾਂ ਪਤਾ ਲੱਗ ਜਾਂਦਾ ਹੈ ਜਿਹੜਾ ਸਭ ਤੋਂ ਛੋਟਾ ਤੇ ਸਭ ਤੋਂ CPU ਦੇ ਨੇੜੇ ਹੈ, that is fastest। ਇਹ ਸਭ ਤੋਂ ਫਾਸਟ ਹੋਏਗਾ ਬਟ ਇਹਦੀ ਮੈਮਰੀ ਸਭ ਤੋਂ ਘੱਟ ਹੁੰਦੀ ਹੈ। ਜਿਵੇਂ ਜਿਵੇਂ ਨੀਚੇ ਜਾਈ ਜਾਓਗੇ ਉਹਦੀ ਸਪੀਡ ਸਲੋ ਹੋਈ ਜਾਏਗੀ ਤੇ ਸਾਈਜ਼ ਵਧੀ ਜਾਏਗਾ। ਹੁਣ ਮੈਮਰੀ ਦੀ ਸਪੀਡ ਦਾ ਮਤਲਬ ਕੀ ਹੁੰਦਾ ਹੈਗਾ? ਮੈਮਰੀ ਦੀ ਸਪੀਡ ਦਾ ਮਤਲਬ ਹੁੰਦਾ ਹੈਗਾ ਕਿ ਪ੍ਰੋਸੈਸਰ ਉਹਦੇ ਵਿੱਚ ਡੇਟਾ ਸੁੱਟਣਾ ਤੇ ਡੇਟਾ ਚੱਕਣਾ ਕਿੰਨਾ ਤੇਜ਼ ਕਰ ਸਕਦਾ ਹੈਗਾ। ਜਿੰਨਾ ਜਲਦੀ, ਜਿੰਨਾ ਫਾਸਟ ਮੈਮਰੀ ਦੇ ਆਪਰੇਸ਼ਨਸ ਪਰਫਾਰਮ ਹੋਣ, ਉਹਨਾਂ ਆਪਾਂ ਮੈਮਰੀ ਨੂੰ ਫਾਸਟ ਕਹਿੰਦੇ ਹੈਗੇ ਆ ਕਿ ਮੈਮਰੀ ਫਾਸਟ ਹੈਗੀ ਹੈ। ਤੁਸੀਂ ਸੁਣਿਆ ਹੋਏਗਾ ਸ਼ਾਇਦ ਕਿਸੇ ਨੇ ਕਿ ਜਿਹੜੀ ਆਪਣੀ USB ਪੈਨ ਡਰਾਈਵ ਆਉਂਦੀ ਹੈ ਉਹ ਅੱਜ ਕੱਲ੍ਹ 3.0 ਚੱਲ ਰਹੀ ਹੈ। ਜਿਹੜੇ ਪੋਰਟਸ ਆਉਂਦੇ ਨੇ ਨਾ USB ਦੇ ਪੋਰਟਸ, ਉਹ 3.0 ਚੱਲਦੇ ਆ। ਤੁਹਾਨੂੰ ਆਹ ਦਿਖ ਰਹੇ ਪੋਰਟਸ ਲੱਗੇ ਹੋਏ ਇੱਥੇ? ਪੋਰਟਸ ਇੰਨੀ ਦੂਰ ਤੱਕ ਦਿਖ ਰਹੇ? नहीं दिख रहे होंगे ना।
USB ਜਿਹੜੀ ਜਿੱਥੇ ਆਪਾਂ ਪੈਨ ਡਰਾਈਵ ਲਗਾਉਂਦੇ ਆ ਨਾ ਉਹਦੇ ਪੋਰਟਸ ਆਉਂਦੇ ਨੇ ਅੱਜ ਕੱਲ੍ਹ ਉਹ 3.0 ਆ ਰਹੇ ਨੇ 3.0 2.0 ਨਾਲੋਂ ਐਡਵਾਂਸ ਨੇ ਮਤਲਬ ਜਿਹੜੀਆਂ ਪੈਨ ਡਰਾਈਵਸ 3.0 ਟੈਕਨੋਲੋਜੀ ਤੇ ਬਣੀਆਂ ਨੇ ਅਗਰ ਤੁਸੀਂ ਉਹਦੇ ਵਿੱਚ ਡੇਟਾ ਕਾਪੀ ਪੇਸਟ ਕਰੋ ਤਾਂ ਉਹ ਬਹੁਤ ਫਾਸਟ ਹੋਏਗਾ ਐਜ਼ ਕੰਪੇਅਰ ਟੂ 2.0 ਓਕੇ ਜੀ ਸੋ ਇਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਜਾਏ ਤਾਂ ਤੁਸੀਂ ਕਰ ਸਕਦੇ ਹੋ ਇਹਦੇ ਵਿੱਚ ਤਾਂ ਐਕਸਟਰਾ ਡਿਟੇਲਸ ਵੀ ਦਿੱਤੀ ਹੋਈ ਹੈ ਕਿ ਜਿਹੜੀ ਕੈਸ਼ ਮੈਮਰੀ ਹੁੰਦੀ ਹੈਗੀ ਹੈ ਨਾ ਉਹਦੇ ਵੀ ਲੈਵਲਸ ਹੁੰਦੇ ਨੇ L1 L2 L3 ਕਦੇ ਤੁਸੀਂ ਕੋਈ ਕੰਪਿਊਟਰ ਪਰਚੇਜ਼ ਕਰੋ ਲੈਪਟਾਪ ਪਰਚੇਜ਼ ਕਰੋ ਉਹਦੇ 'ਚ ਦਿੱਤਾ ਹੁੰਦਾ ਹੈ ਕਿ ਇਸ ਲੈਪਟਾਪ ਦੇ ਵਿੱਚ L2 ਕੈਸ਼ ਹੈ ਜਾਂ L1 ਕੈਸ਼ ਹੈ ਇੰਨੀ ਡਿਟੇਲ ਤੱਕ ਨਾਰਮਲੀ ਜਾਂਦੇ ਨਹੀਂ ਬਸ ਐਂ ਮੰਨ ਕੇ ਚੱਲੋ ਕਿ ਕੈਸ਼ ਮੈਮਰੀ ਹੁੰਦੀ ਹੈਗੀ ਆਪਣੀ ਦੇਖੋ ਰੈਮ ਦੀ ਸ਼ਕਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਰੋਮ ਦੀ ਸ਼ਕਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਦੋਨੋਂ ਹੀ ਮਦਰਬੋਰਡ ਤੇ ਲੱਗਦੇ ਨੇ ਵੈਸੇ ਤਾਂ ਸਾਰਾ ਕੁਝ ਹੀ ਮਦਰਬੋਰਡ ਤੇ ਲੱਗਦਾ ਹੈਗਾ ਕੋਈ ਵੀ ਡਿਵਾਈਸ ਹੈਗਾ ਆਪਣਾ ਕੰਪਿਊਟਰ ਦਾ ਉਹ ਮਦਰਬੋਰਡ ਦੇ ਉੱਤੇ ਹੀ ਕਨੈਕਟ ਹੁੰਦਾ ਹੈਗਾ ਸਲੋਟ ਦੇ ਵਿੱਚ ਕਨੈਕਟ ਹੋ ਜਾਂਦੀ ਹੈਗੀ ਹੈ ਉਹ ਫਿਕਸ ਹੁੰਦੀ ਹੈ ਉਹਨੂੰ ਤੁਸੀਂ ਕੱਢ ਨਹੀਂ ਸਕਦੇ ਇਹਨੂੰ ਕੱਢ ਕੇ ਚੇਂਜ ਕਰ ਸਕਦੇ ਹੋ ਜਦ ਮਰਜ਼ੀ ਇਹ ਉਹ ਕੇਬਲਸ ਨੇ ਜਿਹੜੀਆਂ ਕੇਬਲਸ ਯੂਜ਼ ਹੁੰਦੀਆਂ ਨੇ ਹਾਰਡ ਡਿਸਕ ਤੋਂ ਡੇਟਾ ਟ੍ਰਾਂਸਫਰ ਦੇ ਲਈ ਹਾਰਡ ਡਿਸਕ ਦੇ ਨਾਲ ਇੱਕ ਸਿਰਾ ਜੁੜਿਆ ਹੁੰਦਾ ਇਹਦਾ ਤੇ ਦੂਸਰਾ ਸਿਰਾ ਜੁੜਿਆ ਹੁੰਦਾ ਹੈਗਾ ਮਦਰਬੋਰਡ ਦੇ ਨਾਲ ਇਹਨੂੰ ਕਿਹਾ ਜਾਂਦਾ ਹੈ SATA ਕੇਬਲ ਸੀਰੀਅਲ ਐਡਵਾਂਸ ਟੈਕਨੋਲੋਜੀ ਅਟੈਚਮੈਂਟ ਇਹਦਾ ਫੁੱਲ ਫਾਰਮ ਆ ਸਕਦਾ ਹੈ SATA ਕੇਬਲ ਦੇ ਬਾਰੇ ਪੁੱਛ ਸਕਦੇ ਹਾਂ ਕੀ ਹੁੰਦੀ ਹੈ ਇਹਦੇ ਨਾਲ ਇੱਕ ਪੁਰਾਣੀ ਆਂਦੀ ਹੁੰਦੀ ਸੀ ਜਿਹਦਾ ਨਾਮ ਸੀ PATA S ਫॉर ਸੀਰੀਅਲ P ਫॉर ਪੈਰਲਲ ਬਾਕੀ ਸਾਰਾ ਸੇਮ ਕਾਫੀ ਸਾਲ ਪਹਿਲਾਂ ਇਹ ਚੱਲਦੀ ਹੁੰਦੀ ਸੀਗੀ ਉਹਨੂੰ ਰਿਪਲੇਸ ਹੋ ਕੇ ਹੁਣ ਇਹ ਹੋ ਗਈ ਹੈ ਸਟੈਟਿਕ ਰੈਮ ਡਾਇਨਾਮਿਕ ਰੈਮ ਮੈਂ ਤੁਹਾਨੂੰ ਥੋੜਾ ਜਿਹਾ ਤਾਂ ਦੱਸ ਦਿੱਤਾ ਸੀ ਬਾਕੀ ਉਹ ਇਹ ਕਿ ਇਹ ਫਾਸਟ ਹੁੰਦੀ ਹੈ ਉਹ ਸਲੋ ਹੁੰਦੀ ਹੈ ਇਹ ਛੋਟੀ ਹੁੰਦੀ ਹੈ ਵੱਡੀ ਹੁੰਦੀ ਹੈ ਇਹ ਮਹਿੰਗੀ ਹੁੰਦੀ ਹੈ ਉਹ ਸਸਤੀ ਹੁੰਦੀ ਹੈ ਮੇਨ ਇਹਦੇ ਵਿੱਚ ਜਿਹੜਾ ਡਿਫਰੈਂਸ ਹੈਗਾ ਉਹ ਆਪਣੀ ਸਲਾਈਡ ਦੇ ਵਿੱਚ ਵੀ ਹੈਗਾ ਕਿ ਇਹਦੇ ਵਿੱਚ ਜਿਹੜਾ ਫਲਿਪ ਫਲॉप्स ਬਣੇ ਹੁੰਦੇ ਹੈਗੇ ਲੈਚਿਸ ਨੂੰ ਫਲਿਪ ਫਲॉप्स ਕਹਿੰਦੇ ਆਪਾਂ ਇਹ ਜਿਹੜੀ ਹੈਗੀ ਹੈ ਕੈਪੈਸਿਟਰਸ ਤੋਂ ਬਣੀ ਹੁੰਦੀ ਹੈਗੀ ਹੈ ਟਾਈਪਸ ਆਫ ਪ੍ਰਿੰਟਰਸ ਇਹਦੇ ਉੱਤੇ ਵੀ ਕੁਐਸਚਨ ਆਂਦਾ ਹੁੰਦਾ ਹੈਗਾ ਜਨਰਲੀ ਆ ਜਾਂਦਾ ਹੈਗਾ ਪ੍ਰਿੰਟਰ ਦੀ ਦੋ ਬ੍ਰੌਡ ਕੈਟਾਗਰੀਜ਼ ਹੁੰਦੀਆਂ ਨੇ ਇੱਕ ਨੂੰ ਆਪਾਂ ਇੰਪੈਕਟ ਕਹਿੰਦੇ ਹਾਂ ਇੱਕ ਨੂੰ ਆਪਾਂ ਨਾਨ ਇੰਪੈਕਟ ਕਹਿੰਦੇ ਹਾਂ ਇਹਦਾ ਮਤਲਬ ਕੀ ਹੁੰਦਾ ਹੈ ਇੰਪੈਕਟ ਦਾ ਮਤਲਬ ਹੁੰਦਾ ਹੈਗਾ ਏਦਾਂ ਠਾ ਵੱਜਣਾ ਪ੍ਰਿੰਟਰ ਦਾ ਜਿਹੜਾ ਹੈਡ ਹੈਗਾ ਉਹ ਪੇਪਰ ਦੇ ਉੱਤੇ ਜਦੋਂ ਫਿਜ਼ੀਕਲੀ ਵੱਜਦਾ ਹੈਗਾ ਕੰਟੈਕਟ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਇੰਪੈਕਟ ਜਿਸ ਟੈਕਨੋਲੋਜੀ ਦੇ ਵਿੱਚ ਐਕਚੁਅਲ ਦੇ ਵਿੱਚ ਹੈਡ ਜਿਹੜਾ ਹੈਗਾ ਪ੍ਰਿੰਟਰ ਦਾ ਉਹ ਪੇਪਰ ਦੇ ਨਾਲ ਟੱਚ ਨਹੀਂ ਹੁੰਦਾ ਬਟ ਕਿਸੇ ਵੀ ਹੋਰ ਟੈਕਨੋਲੋਜੀ ਦੇ ਨਾਲ ਯੂਜ਼ ਕਰਕੇ ਉਹ ਪ੍ਰਿੰਟਿੰਗ ਕੀਤੀ ਜਾਂਦੀ ਹੈ ਉਹ ਨਾਨ ਇੰਪੈਕਟ ਹੁੰਦੇ ਆ ਹੁਣ ਇੰਪੈਕਟ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਿੰਟਰਸ ਆਉਂਦੇ ਸੀਗੇ ਕਰੈਕਟਰ ਐਂਡ ਲਾਈਨ ਪ੍ਰਿੰਟਰ ਜਿਨ੍ਹਾਂ ਦੇ ਵਿੱਚ ਕਰੈਕਟਰ ਪ੍ਰਿੰਟਰ ਹੁੰਦੇ ਸੀ ਡਾਟ ਮੈਟ੍ਰਿਕਸ ਡੇਜ਼ੀ ਵੀਲ ਡਰਮ ਪ੍ਰਿੰਟਰ ਚੇਨ ਪ੍ਰਿੰਟਰ ਬੈਂਡ ਪ੍ਰਿੰਟਰ ਇਹਨਾਂ ਦੀ ਜਿਹੜੀ ਕਲੈਰਿਟੀ ਹੁੰਦੀ ਸੀਗੀ ਜਾਂ ਇਹਨਾਂ ਦੀ ਜਿਹੜੀ ਰੈਜ਼ੋਲੂਸ਼ਨ ਹੁੰਦੀ ਸੀ ਬਹੁਤ ਘੱਟ ਹੁੰਦੀ ਸੀ ਮਤਲਬ ਪ੍ਰੋਪਰਲੀ ਪੜ੍ਹਿਆ ਨਹੀਂ ਜਾਂਦਾ ਸੀ ਜੇ ਤੁਹਾਡੇ ਚੋਂ ਕਿਸੇ ਨੇ ਰੇਲਵੇ ਸਟੇਸ਼ਨ ਤੋਂ ਟਿਕਟ ਲਿੱਤੀ ਹੋਵੇ ਤਾਂ ਟਿਕਟ ਦੇ ਉੱਤੇ ਪੜ੍ਹਿਆ ਹੋਵੇ ਕਿਹੋ ਜਿਹਾ ਲਿਖਿਆ ਹੁੰਦਾ ਤਾਂ ਉਹ ਇਹ ਡਾਟ ਮੈਟ੍ਰਿਕਸ ਪ੍ਰਿੰਟਰ ਹੁੰਦੇ ਨੇ ਉਹਨਾਂ ਕੋਲ ਪੁਰਾਣੇ ਜ਼ਮਾਨੇ ਦੇ ਚੱਲੇ ਆ ਰਹੇ ਨੇ ਉਹੀ ਚਲਾਈ ਜਾਂਦੇ ਨੇ ਉਹਦੇ ਉੱਤੇ ਜੇ ਤੁਸੀਂ ਪੜ੍ਹੋਗੇ ਤਾਂ ਤੁਹਾਡੇ ਤੋਂ ਪ੍ਰੋਪਰਲੀ ਨਹੀਂ ਪੜ੍ਹਿਆ ਜਾਏਗਾ ਕਿ ਰਾਜਪੁਰਾ ਲਿਖਿਆ ਕਿ ਪਟਿਆਲਾ ਲਿਖਿਆ ਹੈਗਾ ਬਹੁਤ ਔਖਾ ਜਿਹਾ ਪੜ੍ਹਿਆ ਜਾਂਦਾ ਹੈਗਾ ਪ੍ਰਿੰਟਿੰਗ ਇੰਨੀ ਇਹਨਾਂ ਦੀ ਬੇਕਾਰ ਹੁੰਦੀ ਹੈ ਸੋ ਅੱਜ ਕੱਲ੍ਹ ਜਿਹੜੇ ਯੂਜ਼ ਹੁੰਦੇ ਆ ਲੇਜ਼ਰ ਇੰਕਜੈਟ ਵੀ ਘੱਟ ਗਿਆ ਅੱਜ ਕੱਲ੍ਹ ਤਾਂ ਲੇਜ਼ਰ ਹੀ ਯੂਜ਼ ਹੁੰਦੇ ਨੇ ਜ਼ਿਆਦਾਤਰ ਸੋ ਇਹਨਾਂ ਦੇ ਵਿੱਚ ਅਲੱਗ-ਅਲੱਗ ਟੈਕਨੋਲੋਜੀ ਯੂਜ਼ ਕੀਤੀਆਂ ਜਾਂਦੀਆਂ ਕਿਸੇ 'ਚ ਜੈਟ ਸਪਰੇ ਹੁੰਦਾ ਹੈ ਕਿਸੇ 'ਚ ਲੇਜ਼ਰ ਟੈਕਨੋਲੋਜੀ ਹੁੰਦੀ ਹੈ ਕਿਸੇ 'ਚ ਹੀਟ ਨਾਲ ਹੁੰਦਾ ਹੈ ਤਾਂ ਬੇਸਿਕਲੀ ਤੁਹਾਡਾ ਜਿਹੜਾ ਪ੍ਰਿੰਟਰ ਹੈਡ ਹੈਗਾ ਉਹ ਪੇਪਰ ਦੇ ਉੱਤੇ ਟੱਚ ਨਹੀਂ ਹੁੰਦਾ ਜਸਟ ਸਪਰੇ ਹੋ ਕੇ ਜਾਂ ਕਿਸੇ ਹੋਰ ਟੈਕਨੋਲੋਜੀ ਨਾਲ ਆਪਣੀ ਪ੍ਰਿੰਟਿੰਗ ਹੁੰਦੀ ਹੈਗੀ ਇਹਨਾਂ ਦੀ ਪ੍ਰਿੰਟਿੰਗ ਬਹੁਤ ਫਾਸਟ ਹੁੰਦੀ ਹੈਗੀ ਹੈ ਐਜ਼ ਕੰਪੇਅਰ ਟੂ ਦੀਸ ਪ੍ਰਿੰਟਰ ਇਹਨਾਂ ਦੇ ਤੁਸੀਂ ਨਾਮ ਯਾਦ ਰੱਖਣੇ ਹੈ ਇਹਨਾਂ ਦੀ ਕੈਟੇਗਰੀ ਯਾਦ ਰੱਖਣੀ ਹੈ ਬਸ ਇਹ ਤੋਂ ਬਾਅਦ ਹੋਰ ਕੁਝ ਨਹੀਂ ਪੁੱਛਦੇ ਹੁਣ ਆਪਾਂ ਕੱਲ ਜਦੋਂ ਜਨਰੇਸ਼ਨਸ ਕਰ ਰਹੇ ਸੀਗੇ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਣੇ ਕੋਲ ਲੈਂਗੁਏਜਸ ਦਾ ਅੱਗੇ ਡਿਟੇਲ 'ਚ ਆਏਗਾ ਥੋੜਾ ਸੋ ਲੈਂਗੁਏਜਸ ਦੇ ਬਾਰੇ ਆਪਾਂ ਕਰਦੇ ਹਾਂ ਸਭ ਤੋਂ ਨੀਚੇ ਆਉਂਦਾ ਹੈਗਾ ਹਾਰਡਵੇਅਰ ਕੰਪਿਊਟਰ ਦਾ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਹੁਣ ਸਭ ਨੂੰ ਪਤਾ ਲੱਗ ਗਿਆ ਹੋਣਾ ਹਾਰਡਵੇਅਰ ਕੀ ਹੁੰਦਾ ਹੈ ਤੁਹਾਡੇ ਜਿਹੜਾ ਹਾਰਡਵੇਅਰ ਹੈਗਾ ਇਹਨੂੰ ਸਿਰਫ ਤੇ ਸਿਰਫ ਮਸ਼ੀਨ ਲੈਂਗੁਏਜ ਹੀ ਸਮਝ ਆਏਗੀ ਇਹਨੂੰ ਅਸੈਂਬਲੀ ਲੈਂਗੁਏਜ ਜਾਂ ਹਾਈ ਲੈਵਲ ਲੈਂਗੁਏਜ ਸਮਝ ਨਹੀਂ ਆਏਗੀ ਲੇਕਿਨ ਇਹ ਲੈਂਗੁਏਜ
ਆਪਣੇ ਲਈ ਸਮਝਣੀ ਔਖੀ ਹੁੰਦੀ ਹੈ। ਤੁਹਾਨੂੰ ਅਗਰ ਕੋਈ ਕਹੇ ਕੀ ਲਿਖਿਆ ਹੋਇਆ ਹੈਗਾ, ਆਪਾਂ ਨੂੰ ਡੀਕੋਡ ਕਰਨਾ ਔਖਾ ਹੋਏਗਾ, ਪਹਿਲਾਂ ਨੂੰ ਡੀਕੋਡ ਕਰਨਾ ਪਏਗਾ ਵੀ ਹੈ ਕੀ, ਹੈਲੋ ਲਿਖਿਆ, ਹਾਏ ਲਿਖਿਆ, ਮੇਰਾ ਨਾਮ ਲਿਖਿਆ, ਕੀ ਲਿਖਿਆ। तो उसनों थोड़ा इंप्रूव करके असेंबली लैंग्वेज बनाई। असेंबली लैंग्वेज ਦੇ ਵਿੱਚ ਨਾ ਨਿਮੋਨਿਕਸ ਆ ਜਾਂਦੇ ਸੀਗੇ, ਮਤਲਬ ਇਹਦੇ ਵਿੱਚ ਥੋੜੇ ਬਹੁਤ ਇਹ ਜਿਹੇ ਕੀਵਰਡਸ ਆ ਜਾਂਦੇ ਸੀਗੇ, ਐਡ, MXI, UXI, LVI, ਇਸ ਤਰ੍ਹਾਂ ਦੇ ਕੁਝ ਕੀਵਰਡਸ ਆ ਜਾਂਦੇ ਸੀਗੇ ਜਿਨ੍ਹਾਂ ਨੂੰ ਨਿਮੋਨਿਕਸ ਕਿਹਾ ਜਾਂਦਾ ਸੀ। ਸੋ ਉਹ ਕੰਪੈਰੀਟਿਵਲੀ ਆਪਣੇ ਲਈ ਥੋੜੇ ਸੌਖੇ ਸੀਗੇ, ਲੇਕਿਨ ਮਸ਼ੀਨ ਦੇ ਲਈ ਔਖੇ ਹੋ ਗਏ। ਸੋ ਉਹਦੇ ਲਈ ਆਪਾਂ ਨੂੰ ਕੋਈ ਨਾ ਕੋਈ ਹੱਲ ਕੱਢਣਾ ਪਏਗਾ। ਚਲੋ ਕੱਢਾਂਗੇ ਹੱਲ। ਅੱਗੇ ਚੱਲੇ, ਫਿਰ ਹੋਰ ਇਨਸਾਨ ਨੇ ਤਰੱਕੀ ਕਰ ਲਈ, C++, ਜਾਵਾ, ਪਾਸਕਲ, ਇਹ ਲੈਂਗੁਏਜਿਸ ਆ ਗਈਆਂ। ਇਹ ਕਿਸ ਕੈਟੇਗਰੀ 'ਚ ਆ ਜਾਂਦੀਆਂ ਨੇ? ਹਾਈ ਲੈਵਲ ਲੈਂਗੁਏਜਿਸ, ਜਿਹੜੀਆਂ ਕਿ ਹਿਊਮਨ ਬੀਇੰਗਸ ਨੂੰ ਸਮਝਣ 'ਚ ਸੌਖਾ ਹੁੰਦਾ ਹੈਗਾ, ਬਟ ਮਸ਼ੀਨ ਨੂੰ ਉਹ ਸਮਝ ਨਹੀਂ ਆਉਂਦੀਆਂ। तो ये वही प्रॉब्लम आ गई, दो बंदे खड़े ने, एक नूं सिर्फ पंजाबी आती है, एक नूं फ्रेंच आती है, आपस में गल किवें करन? तो उन्होंने बीच एक ट्रांसलेटर लाना पैंदा हैगा जिहड़ा कि कन्वर्ट करके समझाई जाता हैगा। तो वो अपने जिहड़े ट्रांसलेटर्स हुंदे ने, वो आंदा हैगा सब तो पहला असैंबलर। असैंबलर नाम ही ਉਹਦਾ असैंबलर है, तो ਤੁਹਾਨੂੰ ਉਹ ਤੋਂ ਹੀ पता लग जाना चाहिए कि असैंबली लैंग्वेज ਨੂੰ ਮਸ਼ੀਨ ਲੈਵਲ ਲੈਂਗੁਏਜ ਕਨਵਰਟ ਜਿਹੜਾ ਕਰਦਾ ਹੈਗਾ ਉਹ ਅਸੈਂਬਲਰ ਹੁੰਦਾ ਹੈਗਾ। ਦਿਸ ਇਜ਼ ਅ ਸੌਫਟਵੇਅਰ। ਕੰਪਾਈਲਰ ਉਹ ਸੌਫਟਵੇਅਰ ਹੁੰਦਾ ਹੈਗਾ ਜਿਹੜਾ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਵਲ ਲੈਂਗੁਏਜ ਕਨਵਰਟ ਕਰਦਾ ਹੈਗਾ। ਹੁਣ ਕੰਪਾਈਲਰ ਦੇ ਨਾਲ ਇੱਕ ਉਹਦਾ ਫਰੈਂਡ ਹੁੰਦਾ ਹੈਗਾ ਇੰਟਰਪ੍ਰੀਟਰ। ਇਹ ਦੋਨਾਂ ਦਾ ਕੰਮ ਸੇਮ ਹੈ। ਇਹਨਾਂ ਨੇ ਹਾਈ ਲੈਵਲ ਲੈਂਗੁਏਜ ਤੋਂ ਲੋ ਲੈਵਲ ਲੈਂਗੁਏਜ ਮਸ਼ੀਨ ਲੈਵਲ 'ਚ ਹੀ ਕਨਵਰਟ ਕਰਨਾ ਹੈ। ਬਟ ਇਹ ਕੀ ਕਰਦਾ ਹੈਗਾ ਕਿ ਪੂਰੇ ਦੇ ਪੂਰੇ ਪ੍ਰੋਗਰਾਮ ਨੂੰ ਇੱਕ ਵਾਰ 'ਚ ਕਰ ਦੇਗਾ। ਇਹ ਲਾਈਨ ਬਾਏ ਲਾਈਨ ਕਰੇਗਾ। ਪਹਿਲਾਂ ਇੱਕ ਲਾਈਨ ਕਨਵਰਟ ਕਰੇਗਾ, ਉਹਦੀਆਂ ਜਿਹੜੀਆਂ ਐਰਰਸ ਹੋਣਗੀਆਂ ਉਹ ਦਿਖਾਏਗਾ, ਦੈਨ ਦੂਸਰੀ ਲਾਈਨ ਨੂੰ ਕਨਵਰਟ ਕਰੇਗਾ, ਫਿਰ ਉਹਦੀਆਂ ਐਰਰਸ ਦਿਖਾਏਗਾ। ਇਹ ਥੋੜਾ ਸਲੋ ਹੁੰਦਾ ਹੈ, ਇਹ ਥੋੜਾ ਜਿਹਾ ਫਾਸਟ ਹੁੰਦਾ ਹੈਗਾ। ਕੰਮ ਦੋਨਾਂ ਦਾ ਇੱਕੋ ਹੀ ਹੈ। ਦੈਨ ਆਪਾਂ ਥੋੜਾ ਜਿਹਾ ਆਪਰੇਟਿੰਗ ਸਿਸਟਮ ਦੇਖ ਲਈਏ। ਆਪਰੇਟਿੰਗ ਸਿਸਟਮ ਤੁਹਾਨੂੰ ਮੈਂ ਦੱਸਿਆ ਸੀਗਾ ਕੀ ਹੁੰਦਾ, ਕਿਹੜਾ ਆਪਰੇਟਿੰਗ ਸਿਸਟਮ ਕਿਸ ਟਾਈਪ ਦਾ ਸੌਫਟਵੇਅਰ ਹੈਗਾ? ਇਟ ਇਜ਼ ਅ ਸਿਸਟਮ ਸੌਫਟਵੇਅਰ। ਆਪਰੇਟਿੰਗ ਸਿਸਟਮ ਇਜ਼ ਅ ਸਿਸਟਮ ਸੌਫਟਵੇਅਰ। ਇਹ ਆਪਣੇ ਸਿਸਟਮ ਨੂੰ ਚਲਾਉਣ ਦੇ ਲਈ ਕੰਮ ਆਉਂਦਾ ਹੈਗਾ। ਤੁਸੀਂ ਮੋਬਾਈਲ ਚਲਾ ਰਹੇ ਹੋ, ਤੁਸੀਂ ਕੰਪਿਊਟਰ ਚਲਾ ਰਹੇ ਹੋ, ਤੁਸੀਂ ਲੈਪਟਾਪ ਚਲਾ ਰਹੇ ਹੋ, ਤੁਸੀਂ ਸਮਾਰਟ ਸਕਰੀਨ ਚਲਾ ਰਹੇ ਹੋ, ਸਮਾਰਟ ਵਾਚ ਚਲਾ ਰਹੇ ਹੋ, ਉਹਦੇ ਲਈ ਤੁਹਾਨੂੰ ਇੱਕ ਇੰਟਰਫੇਸ ਦੀ ਲੋੜ ਹੁੰਦੀ ਹੈਗੀ ਹੈ ਜੀ, ਤਾਂ ਕਿ ਤੁਸੀਂ ਮਸ਼ੀਨ ਨੂੰ ਚਲਾ ਸਕੋ। ਸੋ ਉਹ ਇੰਟਰਫੇਸ ਆਪਰੇਟਿੰਗ ਸਿਸਟਮ ਕਹਿਲਾਉਂਦਾ ਹੈਗਾ। ਆਪਰੇਟਿੰਗ ਸਿਸਟਮ ਜਿਹੜੇ ਜ਼ਿਆਦਾ ਥੋੜੇ ਫੇਮਸ ਟਾਈਪ ਦਾ ਹੈਗਾ, iOS ਐਪਲ ਦਾ ਹੁੰਦਾ ਹੈ, ਵਿੰਡੋਜ਼ ਮਾਈਕਰੋਸੌਫਟ ਦਾ ਹੈਗਾ, ਮੈਕ। iOS ਤੇ ਮੈਕ ਇਹ ਦੋਨੋਂ ਹੀ ਐਪਲ ਦੇ ਨੇ, ਬਟ ਇਹ ਸਪੈਸੀਫਿਕਲੀ ਮੋਬਾਈਲਸ ਵਾਸਤੇ ਹੈਗਾ ਜਾਂ ਹੈਂਡ ਹੈਲਡ ਡਿਵਾਈਸਿਸ ਵਾਸਤੇ ਹੈਗਾ। ਇਹ ਜਿਹੜਾ ਹੈਗਾ ਡੈਸਕਟਾਪ ਜਾਂ ਲੈਪਟਾਪ ਵਾਸਤੇ ਹੈਗਾ ਮੈਕ। ਇਹਨੂੰ ਮੈਕ ਕਹਿੰਦੇ ਆ, ਮੈਕਿਨਟੋਸ਼ ਨਾਮ ਹੁੰਦਾ ਇਹਦਾ। ਦੈਨ ਲਾਈਨੈਕਸ ਵੀ ਇੱਕ ਆਪਰੇਟਿੰਗ ਸਿਸਟਮ ਹੈਗਾ ਜਿਹੜਾ ਕਿ ਫ੍ਰੀਲੀ ਅਵੇਲੇਬਲ ਹੈਗਾ। ਹੁਣ ਮੈਂ ਤੁਹਾਨੂੰ ਸੌਫਟਵੇਅਰ ਕਰਾਉਂਦੇ ਹੋਏ ਨਾ ਥੋੜਾ ਜਿਹਾ ਇੱਕ ਦੋ ਵਰਡ ਦੱਸੇ ਸੀਗੇ। ਇੱਕ ਵਰਡ ਆਉਂਦਾ ਫ੍ਰੀਵੇਅਰ, ਇੱਕ ਹੁੰਦਾ ਪੇਡ। ਸੋ ਜਿਹੜੇ ਬਾਕੀ ਉੱਪਰਲੇ ਤਿੰਨ ਨੇ ਇਹ ਤਾਂ ਪੇਡ ਨੇ। ਇਹ ਤਿੰਨੋਂ ਅਗਰ ਤੁਸੀਂ ਖਰੀਦਣੇ ਯੂਜ਼ ਕਰਨੇ ਨੇ ਤੁਹਾਨੂੰ ਪੇ ਕਰਨਾ ਪੈਂਦਾ ਕੰਪਨੀ ਨੂੰ। ਇਹ ਫ੍ਰੀ ਹੈਗਾ ਲਾਈਨੈਕਸ, ਇਹ ਫ੍ਰੀ ਵੀ ਹੈਗਾ ਤੇ ਇਹ ਓਪਨ ਸੋਰਸ ਵੀ ਹੈਗਾ। ਦੋ ਵਰਡਸ ਆਉਂਦੇ, ਇੱਕ ਵਰਡ ਆਉਂਦਾ ਫ੍ਰੀਵੇਅਰ, ਇੱਕ ਵਰਡ ਆਉਂਦਾ ਹੈਗਾ ਓਪਨ ਸੋਰਸ। ਫ੍ਰੀਵੇਅਰ ਦਾ ਮਤਲਬ ਹੁੰਦਾ ਕਿ ਉਹ ਫ੍ਰੀਲੀ ਅਵੇਲੇਬਲ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਓਕੇ, ਓਪਨ ਸੋਰਸ ਦਾ ਕੀ ਮਤਲਬ ਹੈਗਾ? ਓਪਨ ਸੋਰਸ ਦਾ ਮਤਲਬ ਹੈ ਕਿ ਉਸ ਸੌਫਟਵੇਅਰ ਨੂੰ ਤੁਸੀਂ ਯੂਜ਼ ਵੀ ਕਰ ਸਕਦੇ ਹੋ ਫ੍ਰੀਲੀ, ਤੇ ਅਗਰ ਤੁਸੀਂ ਕੰਪਿਊਟਰ ਇੰਜੀਨੀਅਰ ਹੋ, ਤੁਹਾਨੂੰ ਪ੍ਰੋਗਰਾਮਿੰਗ ਦੀ ਨੌਲੇਜ ਹੈਗੀ ਹੈ, ਅੱਛੀ ਨੌਲੇਜ ਹੈਗੀ ਹੈ, ਤਾਂ ਤੁਸੀਂ ਉਸ ਸੌਫਟਵੇਅਰ ਦੇ ਵਿੱਚ ਕੁਝ ਚੇਂਜਿਸ ਵੀ ਕਰ ਸਕਦੇ ਹੋ। ਤੁਸੀਂ ਜਿਹੜਾ ਹੈਗਾ ਤੁਹਾਨੂੰ ਲੱਗੇ ਕਿ ਯਾਰ ਇਸ ਸੌਫਟਵੇਅਰ ਦੇ ਵਿੱਚ ਅਗਰ ਇਹ ਆਪਸ਼ਨ ਦਿੱਤਾ ਜਾਵੇ ਬੜਾ ਵਧੀਆ ਹੋ ਜਾਵੇ, ਤੁਸੀਂ ਕੋਡਿੰਗ ਕਰਕੇ ਉਹ ਆਪਸ਼ਨ ਪਾ ਸਕਦੇ ਹੋ ਤੇ ਜਿਹੜੀ ਉਹਦੀ ਕਮਿਊਨਿਟੀ ਬਣੀ ਹੋਈ ਹੈ ਉਹ ਉਹਨੂੰ ਰਿਵਿਊ ਕਰਕੇ ਅਪਰੂਵ ਕਰ ਸਕਦੀ ਹੈ। ਸੋ ਇਹੋ ਜਿਹੀ ਚੀਜ਼ ਨੂੰ ਆਪਾਂ ਕੀ ਕਹਿੰਦੇ ਆ?
ओपन सोर्स, ये ओपन सोर्स है, फ्री च डाउनलोड करो नाले ਉਹਦੇ ਚ चेंजेस करो। सो ऑपरेटिंग सिस्टम बेसिकली सारा कुछ ਤੁਹਾਡਾ मैनेज करता है, एवरीथिंग, फाइल मैनेजमेंट, प्रोसेस मैनेजमेंट, इनपुट आउटपुट डिवाइस मैनेजमेंट, नेटवर्क मैनेजमेंट, सेकेंडरी स्टोरेज मैनेजमेंट, सिक्योरिटी मैनेजमेंट, एवरीथिंग कंप्यूटर से कुछ भी हो रहा है वो ऑपरेटिंग सिस्टम ने मैनेज करना हैगा। ऑपरेटिंग सिस्टम दे अपने कंपोनेंट्स होंगे ने ਜਿਹੜੇ कि ਉਹਨੂੰ मैनेज करते हैं सारिया चीज़ों। ये कुछ फेमस टाइप के ऑपरेटिंग सिस्टम्स के नाम ने, ये एक बार गो थ्रू हो लियो ताकि पेपर च अगर कोई नाम आता है तो घट्टो घट्ट थोनू ये पता होए कि ऑपरेटिंग सिस्टम है, ये किहड़े टाइप का सॉफ्टवेयर हैगा। ठीक है, बूटिंग प्रोसैस, जो भी आप सिस्टम ऑन करते हैं, कंप्यूटर ऑन करते हैं, तुसीं देखिया होना जी काली जी स्क्रीन आती है, ਉਹਦੇ ਉੱਤੇ कुछ इन्फॉर्मेशन लिखी होंगी है, जिहड़ी इन्फॉर्मेशन आप कदे नहीं पढ़ते, एक आप सोचते अपने काम की नहीं है, और वो एक्चुअल काम की इन्फॉर्मेशन ही दी होंगी है। वो दिता होंगे भी कितनी रैम है, किहड़ा प्रोसैसर है, की चीज़ां ने, वो सारियां वो आ रही होंगी। बेसिकली कंप्यूटर उस टाइम पे बूट हो रहा होंगे, उन्होंने आप की कहते हैं, बूट होंदा हैगा। ठीक है, हुण आप रैम के बारे पढ़ चुके हैं, आप ऑपरेटिंग सिस्टम के बारे पढ़ चुके हैं, आप CPU के बारे पढ़ चुके हैं, बेसिक चीज़ां काफ़ी कवर कर चुके हैं। सो इत्थे एक चीज़ मैं तुहानूं दसना चाहूँगा कि कंप्यूटर दे विच, हुण कंप्यूटर वर्ड जो भी मैं बोल रहा ना, उहदा मतलब हैगा कोई भी स्मार्ट डिवाइस, तो उहदे विच जदों भी कोई चीज़ एग्जीक्यूट होंदी है या जिहड़ी भी चीज़ चलती है वो हमेशा रैम दे विच चलदी हुंदी है। तुसीं कोई मूवी देख रहे हो रैम दे विच चलेगी, तुसीं नेट चला रहे हो रैम दे विच एग्जीक्यूट होएगा। ठीक है, तो जदों अपना ऑपरेटिंग सिस्टम हैगा, तुसीं देखिया होना सी ड्राइव च विंडोज़ पई हुंदी है, ज़्यादातर कहंदे ना सी ड्राइव नूं ना छेड़ो जी, उहदे च विंडोज़ पई हैगी है, उहदे च तुहाडा ऑपरेटिंग सिस्टम पिया हुंदा है। हुण जदों सिस्टम ऑन होएगा, सिस्टम चलेगा, तो की हैगा कि ऑपरेटिंग सिस्टम मूरे आना चाहिए, तां ही मैं यूज़ कर पाऊँगा। मतलब ऑपरेटिंग सिस्टम सब तो पहला चलना चाहिए, लेकिन ऑपरेटिंग सिस्टम अपना कित्थे पिया हुंदा है, सी ड्राइव, और जिहड़ी भी चीज़ चलनी है वो कित्थे चलनी है, रैम दे विच। सो सी ड्राइव तो उठ के ऑपरेटिंग सिस्टम जदों रैम दे विच आंदा हैगा, तो दैट प्रोसैस इज कॉल्ड बूटिंग। जो आप सिस्टम को पावर ऑन करते हैं तो काली काली जी स्क्रीन आती है, सिस्टम चैकिंग कर रहा है, तो एक्चुअल जो प्रोसैस की हो रही होंगी है, थोड़ी हार्ड डिस्क तो उठ के ऑपरेटिंग सिस्टम रैम दे विच आंदा हैगा। ਜਿਹੜੇ ਉਹ ਕਾਲੀ जी स्क्रीन आती हैगी ना, ਉਹਦੇ ਵਿੱਚ ਆ ऑपरेशन ਹੁੰਦੇ ਨੇ, BIOS, बेसिक इनपुट आउटपुट सिस्टम। ਉੱਥੇ ਉਹ ਸਾਰੀ ਚੈਕਿੰਗ कर रहा ਹੁੰਦਾ हैगा कि रैम लगी हुई है कि नहीं, जो रैम ही नहीं लगी होगी थोड़ा सिस्टम ही नहीं बूट होएगा। ठीक है, तो उन्होंने मिलना चाहिए हैगा, पहली गल तो ऑपरेटिंग सिस्टम कित्थे पिया है वो मिलना चाहिए, फिर उन्होंने कित्थे सुट्टना हैगा वो रैम मिलनी चाहिए हैगी है, तो वो सिस्टम तुहाडा बूट होंदा हैगा। वट इज कोल्ड बूट एंड वट इज वार्म बूट, जदों अपना सिस्टम बंद पिया, आप बाहरों आए और सिस्टम ऑन किया तो बूटिंग प्रोसैस होएगी। सो उस बूटिंग प्रोसैस में आप की कहने हैं, कोल्ड बूटिंग। जेडी बूटिंग प्रोसैस उस टाइम पे होएगी जदों सिस्टम ऑलरेडी चल रहा है। हाँ जी, दोबारा बता, कोल्ड बूट। ओके, कोल्ड बूटिंग क्या होंगी है जी, मैं बाहरों आया कितों, जो मैं बाहर तो आया, मैं अपना सिस्टम ऑन किया, सिस्टम ऑन किया तो उस टाइम से जी बूटिंग प्रोसैस होएगी तो उन्होंने कहा जाता है कोल्ड बूट, क्योंकि मेरा सिस्टम बंद सीगा, ठंडा सीगा ऐ कह लो। लेकिन जो मेरा सिस्टम ऑलरेडी चल रहा है, चलते चलते कोई प्रॉब्लम आ गई, किते अटक गया, मैं रीस्टार्ट करता, मैं रीस्टार्ट का बटन दबता, तो रीस्टार्ट के विच भी होएगा तो वही पहला बंद होएगा, देन बूट अगेन। सो उहदे विच वार्म बूटिंग होती है। ये आही चीज़ जी मैं कही है वो लिखी हुई हैगी है। थोड़े जे आप क्वेश्चन देख लीए, विच ऑफ द फॉलोइंग रिटेन्स द इन्फॉर्मेशन इट स्टोरिंग व्हेन द पावर टू द सिस्टम इज टर्नड ऑफ, तो ये ऑप्शन क्या आ जाएगा, रॉन्ग।
ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿਹੜਾ ਚੀਜ਼ ਐਵੇਂ ਦੀ ਹੈਗੀ ਹੈ ਜਿਹਦੇ ਵਿੱਚ ਸਟੋਰ ਰਹੇਗੀ ਇਨਫੋਰਮੇਸ਼ਨ ਈਵਨ ਵੈਨ ਦ ਪਾਵਰ ਇਜ਼ ਸਵਿਚ ਆਫ। ਇਹ ਐਨੀਐਕ ਇਹਦਾ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ। मैं ਤੁਹਾਨੂੰ स्टार्टिंग ਚ ਵੀ ਕਿਹਾ ਸੀ, बहुत बार रिपीट हो चुका है बट स्टिल बहुत इंपॉर्टेंट क्वेश्चन है। देन विच ऑफ द फॉलोइंग स्टेटमेंट इज करेक्ट। ਹੁਣ इस तरह का क्वेश्चन कोई भी आ सकता है, ये जस्ट सैंपल क्वेश्चंस ने। ਤੁਹਾਨੂੰ रिलेशन दे सकते हैं, ठीक, कोई कन्वर्जन पूछ सकते हैं या ये पूछ सकते हैं कि ਇਹਨਾਂ ਨੂੰ ऑर्डर ਦੇ ਵਿੱਚ लगाओ। तो ये उसी स्लाइड ਦੇ ਨਾਲ रिलेटेड है, ब्लैक कलर की ਜਿਹੜੀ अपनी स्लाइड है जिस सारी इंफॉर्मेशन दी है। विच ऑफ द फॉलोइंग मैमरीज मस्ट बी रिफ्रेश्ड। ਹੁਣ ਇਹ क्वेश्चन मैं ਤੁਹਾਨੂੰ ਵਿੱਚ ਇਹ ਦੱਸਿਆ ਸੀਗਾ ਕਿ ਕਿਹੜੀ RAM ਹੁੰਦੀ ਹੈ ਆਪਣੀ डायनेमिक RAM। डायनेमिक RAM ਨੂੰ ਆਪਾਂ ਨੂੰ ਰਿਫਰੈਸ਼ ਕਰਨਾ ਪੈਂਦਾ ਹੈਗਾ ਬਾਰ-ਬਾਰ। ਉਹਦੇ ਵਿੱਚ ਕੈਪੈਸਿਟਰਸ ਲੱਗੇ ਹੁੰਦੇ ਹੈਗੇ। USB ਦਾ ਫੁੱਲ ਫਾਰਮ ਇਹ ਆਇਆ ਹੈ, ਇਹ ਰੀਸੈਂਟਲੀ ਪੇਪਰ 'ਚ ਆਇਆ, तो ਇਹਨੂੰ ਧਿਆਨ ਨਾਲ ਥੋੜਾ ਜਿਹਾ ਦੇਖਿਓ। ਉਹਨਾਂ ਨੇ ਕਈ ਵਾਰੀ ਨਾ ਆਪਸ਼ਨ ਕਨਫਿਊਜ਼ਿੰਗ ਦਿੱਤੇ ਹੁੰਦੇ ਆ पेपर देने के टाइम के उत्ते, बड़ी टेंशन होंगे बच्चा का, ऑप्शन कुछ का कुछ लाया होंगे, बाद च देखता है हो यार ये तो मैनू आंदा सीगा। विच ऑफ द फॉलोइंग आर एप्लीकेशन सॉफ्टवेयर एक्सेप्ट। हुण तुहानूं इहदे विचों पता होना चाहिए हैगा कि एप्लीकेशन सॉफ्टवेयर किहड़ा हैगा। अगर एप्लीकेशन सॉफ्टवेयर नहीं पता तो एटलीस्ट ये आपां नूं पता है कि विंडोज की हुंदे हैं। विंडोज आप हुणी करके हटे हैं, विंडोज ऑपरेटिंग सिस्टम होता है। ऑपरेटिंग सिस्टम इज ए सिस्टम सॉफ्टवेयर। ये थोड़ा जिहा अलग जिहा क्वेश्चन है, ये काफ़ी पहला एक बार पेपर च आया सीगा, तां आपां थोड़ा सैंपल पेपर से इहनूं रखिया होया है। तो इंपॉर्टेंट टाइप है, सम हाउ नहीं रिपीट होया हुण फिलहाल पेपरां दे विच, बट इंपॉर्टेंट है। इहदे विच की दसदा है, नॉर्मली एक CD दे उत्ते ना पहला इदां लिखिया हुंदा सी 12x 10x 32x। तो इसका मतलब की हुंदा हैगा राइट, रीराइट एंड रीड। स्पीड बेसिकली ये दिखाता है, इस स्पीड ते इस राइट कर दी हैगी है CD, इस स्पीड के उत्ते रीराइट, इस स्पीड के उत्ते रीड। 4th जनरेशन कंप्यूटर्स आर बेस्ड ऑन। हुण तुहानूं सारी जनरेशन दे पता होने चाहिए। फर्स्ट जनरेशन च वैक्यूम ट्यूब्स आंदे सीगे, सैकेंड जनरेशन दे विच अपने कोल की आंदा सीगा ट्रांजिस्टर, थर्ड दे विच IC, फोर्थ दे विच VLSI माइक्रोप्रोसेसर। विच ऑफ द फॉलोइंग इज एन एग्जांपल ऑफ ओपन सोर्स सॉफ्टवेयर। हुण ये थोड़ा जिहा टिपिकल हैगा। ओपन सोर्स सॉफ्टवेयर मैं तुहानूं दस चुके हैं, लेकिन इन्हां विचों अगर तुसीं पता लगाना होए तां किवें लगाओगे। हुण देखो लिब्रे ऑफिस का नाम ज़्यादातर सुनिया नहीं हुंदा आपां ने, लेकिन बाकियां दा सुनिया होया। मैथड ऑफ एलिमिनेशन लगा सकते हो। फोटोशॉप, फोटोशॉप एडोब कंपनी का है, ये ओपन सोर्स का नहीं हो सकता। ओपन सोर्स का मतलब मैं तुहानूं दस चुके हैं, जिन्हों आपां डाउनलोड करके फ्री यूज़ भी करिए तो उहदे च एडिटिंग, उहदे च एडिटिंग का मतलब हुंदा है कि सॉफ्टवेयर च चेंजिस कर सकीए। सॉफ्टवेयर नूं यूज़ करके फोटोआं तुसीं अपनियां चेंज कर लो, वो अलग चीज़ है, वो सॉफ्टवेयर की यूजेज है। तुसीं सॉफ्टवेयर दे विच ही कोई नवा फीचर पा पाओ, ਉਹਨੂੰ ਕਹਿੰਦੇ ਆ ਵੀ ਸੌਫਟਵੇਅਰ ਦੇ ਵਿੱਚ ਚੇਂजेस ਕਰਨਾ। ਸੋ ਇਹਦੇ ਵਿੱਚ ਵੀ ਨਹੀਂ ਕਰ ਸਕਦੇ, ਵਰਡ 'ਚ ਵੀ ਨਹੀਂ ਕਰ ਸਕਦੇ, ਸਕਾਈਪ 'ਚ ਵੀ ਨਹੀਂ ਕਰ ਸਕਦੇ। ਸੋ ਇੱਕੋ ਹੀ ਰਹਿ ਗਿਆ ਲਿਬਰੇ ਆਫਿਸ, ਜਿਹੜਾ ਕਿ ਓਪਨ ਸੋਰਸ ਹੈਗਾ। JPG ਜਿਹੜਾ ਹੈਗਾ ਫਾਰਮੈਟ ਆਪਾਂ ਨੇ ਬਹੁਤ ਦੇਖਿਆ, ਫੋਟੋਆਂ ਦੇ ਨਾਲ ਹੁੰਦਾ ਹੈਗਾ ਐਕਸਟੈਂਸ਼ਨ। ਸੋ ਇਹਦਾ ਫੁੱਲ ਫਾਰਮ ਕੀ ਹੁੰਦਾ ਹੈਗਾ ਯਾਦ ਰੱਖਿਓ, ਵੈਰੀ ਇੰਪੋਰਟੈਂਟ। SD ਕਾਰਡ, ਇਹ ਆਪਾਂ ਬਹੁਤ ਵਾਰ यूज़ करते हैं, बट SD का फुल फॉर्म नहीं पता होंगे ज़्यादातर। आम तौर पे दिमाग च ही बैठा होंगे SD मतलब स्कैन डिस्क, है ना। तो स्कैन डिस्क का भी ऑप्शन पा देंगे पेपर, ये पेपर च आया हुआ क्वेश्चन है, बट पहला काफ़ी पहला। नहीं बस खत्म हो गए क्वेश्चन, ठीक है जी। ये अपनी बेसिक्स की क्लास सीगी। सो किसी ने कोई डाउट हैगा तो पूछ सकता है जी जरूर, नहीं तो फिर आप क्लोज करते हैं। कल आप नैक्सट क्लास स्टार्ट करांगे।